ਤੁਹਾਡੇ ਉੱਪਰ ਇਹ ਸਵਾਲ ਲੱਗ ਰਹੇ ਨੇ ਕਿ ਤੁਸੀਂ ਜਦ ਇੱਕ ਪ੍ਰੈਸ ਕਾਨਫਰੰਸ ਪ੍ਰਬੰਧਕਾਂ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਕੋਈ ਘਟਨਾ ਹੋਈ ਉਸ ਦਾ ਸਪਸ਼ਟੀਕਰਨ ਦਿੰਦੇ ਹੋਏ ਪ੍ਰੈਸ ਦੇ ਵਿੱਚ ਐਡਰੈਸ ਕੀਤਾ ਜਾ ਰਿਹਾ ਸੀਗਾ, ਪ੍ਰੈਸ ਦੇ ਵਿੱਚੋਂ ਗੱਲ ਰੱਖ ਰਹੇ ਸੀਗੇ ਤੇ ਤੁਸੀਂ ਉਸ ਪ੍ਰੈਸ ਦੇ ਵਿੱਚ ਦਖਲ ਅੰਦਾਜ਼ੀ ਕਿਉਂ ਦਿੱਤੀ? ਤੁਸੀਂ ਉਸੇ ਸਮੇਂ ਦੇ ਵਿੱਚ ਕਿਉਂ ਪਹੁੰਚਦੇ ਹੋ ਜਦੋਂ ਪ੍ਰੈਸ ਕਾਨਫਰੰਸ ਦਾ ਟਾਈਮ ਹੁੰਦਾ ਹੈਗਾ? ਕਿ ਤੁਹਾਡਾ ਮਕਸਦ ਮੀਡੀਆ ਅਟੈਂਸ਼ਨ ਸੀਕ ਕਰਨਾ ਨਹੀਂ ਸੀਗਾ ਕਿ ਤੁਸੀਂ ਮੀਡੀਆ ਨੂੰ ਜਿਹੜਾ ਹੈਗਾ ਤੁਸੀਂ ਉਹਦੀ ਅਟੈਂਸ਼ਨ ਨਹੀਂ ਸੀ ਲੈਣਾ ਚਾਹ ਰਹੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭੈਣ ਜੀ 1 ਮਿੰਟ ਪ੍ਰੈਸ ਕਾਨਫਰੰਸ ਹੋਣ ਦਿਓ, ਤੁਸੀਂ ਤੁਹਾਨੂੰ ਬਾਅਦ ਚੋਂ ਮਿਲਦੇ ਪ੍ਰੈਸ ਕਾਨਫਰੰਸ ਹੋਣ ਦਿਓ। ਤੁਹਾਡੇ ਤੋਂ ਇੱਕ ਸਵਾਲ ਕਰਨਾ। ਨਹੀਂ ਭੈਣ ਜੀ ਇੱਥੇ ਸਵਾਲ ਲਿਓ ਨਾ, ਇਹ ਪ੍ਰੈਸ ਵਾਲਿਆਂ ਨੂੰ ਪਹਿਲੇ ਕਰ ਲਈ ਐਡਰੈਸ, ਫਿਰ ਤੁਸੀਂ ਬੈਠੋ ਉੱਤੇ। ਮੈਂ ਸਭ ਤੋਂ ਪਹਿਲੇ ਇਹ ਗੱਲ ਕਹਾਂਗੀ ਕਿ ਮੈਂ ਇਸ ਚੀਜ਼ ਦਾ ਬਿਲਕੁਲ ਨੌਲੇਜ ਨਹੀਂ ਸੀ ਕਿ ਉੱਥੇ ਕੋਈ ਕਾਨਫਰੰਸ ਚੱਲ ਰਹੀ ਹੈ ਔਰ ਮੈਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਸੀ ਕਿ ਕੋਈ ਕਾਨਫਰੰਸ ਚੱਲ ਰਹੀ ਹੋਵੇ ਤੇ ਅਸੀਂ ਉਹਦੇ ਵਿੱਚ ਜਾ ਕੇ ਬੋਲ ਨਹੀਂ ਸਕਦੇ। ਕਿ ਜਦੋਂ ਮੈਂ ਅੰਦਰ ਜਾਂਦੀ ਹੈਗੀ ਹਾਂ ਤੇ ਮੈਨੂੰ ਕਿਸੇ ਨੇ ਵੀ ਨਹੀਂ ਰੋਕਿਆ ਹੈਗਾ, ਕਿਉਂਕਿ ਅਗਰ ਕਾਨਫਰੰਸ ਚੱਲ ਰਹੀ ਹੈ ਤੇ ਮੇਰੇ ਖਿਆਲ ਨਾਲ ਸਾਹਮਣੇ ਵਾਲੇ ਦਾ ਵੀ ਰੋਕਣ ਦਾ ਕੋਈ ਹੱਕ ਬਣਦਾ ਹੈ। ਮੈਂ ਉੱਥੋਂ ਦੀ ਕੰਟੀਨਿਊ ਜਦੋਂ ਤੁਹਾਨੂੰ ਰੋਕਿਆ ਤੇ ਤੁਸੀਂ ਉਹਨੂੰ ਬਦਸਲੂਕੀ ਕਹਿ ਦਿੱਤਾ? ਦੇਖੋ ਉੱਥੇ ਮੀਡੀਆ ਦਾ ਸਵਾਲ ਕਰਨ ਦਾ ਹੱਕ ਸੀਗਾ, ਸੰਗਤ ਦੇ ਤੌਰ ਤੇ ਤੁਸੀਂ ਬਾਅਦ ਚੋਂ ਸਵਾਲ ਪੁੱਛ ਸਕਦੇ ਸੀਗੇ, ਪਰ ਤੁਸੀਂ ਚੱਲਦੀ ਪ੍ਰੈਸ ਕਾਨਫਰੰਸ ਇੰਟਰਰਪਟ ਕਰਦੇ ਹੋ। ਮੈਂ ਆਪ ਜੀ ਨੂੰ ਕਿਹਾ ਕਿ ਮੈਂ ਫਤਿਹ ਬੁਲਾਈ, ਇਸ ਚੀਜ਼ ਦਾ ਮੈਨੂੰ ਬਿਲਕੁਲ ਵੀ ਨਹੀਂ ਸੀ ਕਿ ਐਦਾਂ ਦਾ ਮੈਂ ਕੁਝ ਕਰਾਂਗੀ ਤੇ ਮੇਰੇ ਤੇ ਕੋਈ ਅਲੈਗੇਸ਼ਨ ਆਏਗਾ। ਮੈਂ ਨਹੀਂ ਜਾਵਾਂਗੀ, ਮੈਂ ਨਹੀਂ ਜਾਵਾਂਗੀ। ਮੈਨੂੰ ਉਹ ਬੰਦਾ ਕਿਹਨੇ ਕੋਈ ਗੱਲ ਕਰਾ ਰਿਹਾ ਇੱਕ ਵਾਰੀ ਕੀ ਹੋ ਰਿਹਾ ਹੈ? ਮੇਰੇ ਨਾਲ ਗੱਲ ਕਰਨ ਲੱਗੇ ਉਹਨੂੰ ਬੜੀ ਤਕਲੀਫ ਹੋ ਗਈ। ਇਹ ਬਾਣਾ ਲਾ ਕੇ ਇਸ ਤਰ੍ਹਾਂ ਬੋਲਣ ਦਾ ਕੋਈ ਹੱਕ ਨਹੀਂ ਬੰਦਾ, ਪਾਣੀ ਆਰਾਮ ਨਾਲ ਗੱਲ ਕਰੋ। ਤੁਸੀਂ ਮੈਨੂੰ ਜਾਣਦੇ ਹੋ, ਮੈਂ ਗੱਲ ਜਾ ਨਹੀਂ ਕੇ ਕਰਦੀ। ਐਕਸਾਈਟਮੈਂਟ ਕਰਾਓ। ਬਾਹਰ ਗੱਲ ਕਰ ਲਓ, ਚਲੋ ਬਾਹਰ ਜਾ ਕੇ ਗੱਲ ਕਰ ਲਓ। ਬਾਹਰ ਚਲੋ, ਬਾਹਰ ਚੱਲ ਕੇ ਗੱਲ ਕਰ ਲਓ। ਪਾਣੀ ਪੀ ਜਦ ਕਿ ਤੁਹਾਨੂੰ ਪਤਾ ਕਿ ਦਿੱਲੀ ਕਮੇਟੀ ਦੀ ਚੋਣਾਂ ਸਿਰ ਤੇ ਆ, ਕਿ ਤੁਹਾਡੇ ਵੱਲੋਂ ਮੁੱਦਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤੁਸੀਂ ਕੈਂਡੀਡੇਟ ਹੋ, ਤੁਸੀਂ ਵਿਰੋਧੀ ਧਿਰ ਦੇ ਕੈਂਡੀਡੇਟ ਹੋ। ਸ਼ਾਇਦ ਇੱਥੇ ਬੈਠਣ ਨਾਲ ਮੇਰੀ ਪਾਰਟੀ ਨੂੰ ਹੀ ਨੁਕਸਾਨ ਹੈ ਸਭ ਤੋਂ ਜ਼ਿਆਦਾ, ਕਿਉਂਕਿ ਹਰ ਕੋਈ ਕਹਿ ਰਿਹਾ ਕਿ ਜੀਕੇ ਨੇ ਬਿਠਾਇਆ ਹੈ, ਜੀਕੇ ਨੇ ਬਿਠਾਇਆ, ਤੇ ਕਿਤੇ ਨਾ ਕਿਤੇ ਮੇਰੀ ਪਾਰਟੀ ਦਾ ਇੱਥੇ ਮੇਰੇ ਬੈਠਣ ਕਰਕੇ ਨੁਕਸਾਨ ਹੋ ਰਿਹਾ, ਫਾਇਦਾ ਨਹੀਂ ਹੋ ਰਿਹਾ। ਜੋ ਉੱਥੇ ਤੁਸੀਂ ਪਹੁੰਚੇ ਸੀਗੇ, ਕਦੀ ਤੁਸੀਂ ਕੋਈ ਦਿੱਲੀ ਕਮੇਟੀ ਤੋਂ ਕੋਈ ਅਪਾਇੰਟਮੈਂਟ ਲਈ ਸੀਗੀ? ਹਰਮੀਤ ਕਾਲਕਾ ਤੋਂ ਤੁਸੀਂ ਕੋਈ ਟਾਈਮ ਲਿਆ ਸੀਗਾ, ਸਮਾਂ ਤੁਸੀਂ ਬੰਦਿਆ ਸੀਗਾ, ਤੁਸੀਂ ਉਹਨਾਂ ਨੂੰ ਇਨਫੋਰਮ ਕੀਤਾ ਸੀਗਾ ਕਿ ਤੁਸੀਂ ਆ ਰਹੇ ਹੋ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ? ਨਹੀਂ ਜੀ, ਮੈਂ ਬਿਲਕੁਲ ਉਹਨਾਂ ਤੋਂ ਕੋਈ ਟਾਈਮ ਨਹੀਂ ਲਿਆ ਸੀ, ਕਿਉਂਕਿ ਝੂਠ ਮੈਂ ਨਾ ਬੋਲਿਆ ਨਾ ਮੈਂ ਕਦੀ ਬੋਲਾਂਗੀ। ਮੈਂ ਕੋਈ ਵੀ ਟਾਈਮ ਨਹੀਂ ਲਿਆ ਸੀ। ਪਰ ਅਪਾਇੰਟਮੈਂਟ ਤੁਸੀਂ ਲਈ ਨਹੀਂ, ਸਮਾਂ ਤੁਸੀਂ ਲਿਆ ਨਹੀਂ। ਚਲੋ ਤੁਸੀਂ ਜੇ ਸਮਾਂ ਵੀ ਲਿਆ ਕੋਈ ਗੱਲ ਨਹੀਂ, ਮੈਂ ਗੱਲ ਮੰਨਦਾ ਕਿ ਪ੍ਰਬੰਧਕ ਸੱਜਣ ਨੇ, ਉਹ ਦਿੱਲੀ ਦੇ ਚੁਣੇ ਹੋਏ ਨੁਮਾਇੰਦੇ ਨੇ, ਦਿੱਲੀ ਦੇ ਸੰਗਤ ਨੂੰ ਰਿਪਰੈਜ਼ੈਂਟ ਕਰਦੇ। ਸੰਗਤਾਂ ਜਦੋਂ ਵੀ ਮਿਲਣਾ ਚਾਹਣ ਉਹਨਾਂ ਦੀ ਜ਼ਿੰਮੇਵਾਰੀ ਹੈ ਮਿਲਣਾ, ਪਰ ਕੀ ਤੁਸੀਂ ਉਹਨਾਂ ਨੂੰ ਇਨਫੋਰਮ ਕੀਤਾ ਸੀ ਤੁਸੀਂ ਆਏ ਹੋ? ਕਮਰੇ ਦੇ ਵਿੱਚ ਜਾਣ ਤੋਂ ਪਹਿਲੇ ਕੀ ਤੁਹਾਡੇ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਸੀਗਾ? ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਦੱਸਣਾ ਚਾਹੀਦਾ ਸੀਗਾ? ਮੈਨੂੰ ਦੇਖੋ, ਪਹਿਲੇ ਤੇ ਮੈਂ ਇਹ ਗੱਲ ਕਹਾਂਗੀ ਕਿ ਕਿਉਂਕਿ ਕਈ ਵਾਰੀ ਅਸੀਂ ਆਉਂਦੇ ਹਾਂ, ਕਦੀ ਵੀ ਅਸੀਂ ਦੱਸ ਕੇ ਨਹੀਂ ਆਏ ਹਾਂ। ਆਉਂਦੇ ਆ, ਮਿਲਦੇ ਆ ਤੇ ਅਸੀਂ ਮਿਲ ਕੇ ਚਲੇ ਜਾਂਦੇ, ਨਹੀਂ ਮਿਲਦੇ ਤੇ ਅਸੀਂ ਵਾਪਸ ਚਲੇ ਜਾਂਦੇ ਹਾਂ। ਤੇ ਸਿਰਸਾ ਸਾਹਿਬ ਜੀ ਤੋਂ ਮੈਂ ਪੂਰੇ 11-12 ਦਿਨ ਪਰਮਿਸ਼ਨ ਮੰਗਦੀ ਰਹਿ ਗਈ, ਨਹੀਂ ਮਿਲੀ ਮੈਨੂੰ, ਤਾਂ ਹੀ ਅੱਜ ਇੱਥੇ ਆਣਾ ਪਿਆ। ਅੱਛਾ, ਤੁਸੀਂ 10-11 ਦਿਨ ਤੋਂ ਮੰਗਦੇ ਪਏ ਹੋ ਟਾਈਮ? ਬਿਲਕੁਲ ਜੀ, ਬਿਲਕੁਲ। ਮੈਂ ਕਿੱਥੇ ਚਿੱਠੀ ਲਿਖੀ ਹੈ ਤੁਸੀਂ? ਹਾਂਜੀ ਬਿਲਕੁਲ, ਮੈਂ ਉਹਨਾਂ ਨੂੰ ਚਿੱਠੀ ਲਿਖੀ ਹੈਗੀ ਹੈ। ਇਹ ਜਿਹੜਾ ਲੈਟਰ ਮੈਂ ਮਨਜਿੰਦਰ ਸਿੰਘ ਸਿਰਸਾ ਜੀ ਨੂੰ 11 ਤਰੀਕ ਨੂੰ ਦੇ ਕੇ ਗਈ ਹਾਂ ਜੀ ਮੈਂ। ਅੱਛਾ, ਇਹਦੇ ਵਿੱਚ ਤੁਸੀਂ ਮਿਲਣ ਦਾ ਸਮਾਂ ਮੰਗਿਆ? ਬਿਲਕੁਲ ਜੀ, ਇਹਦੇ ਵਿੱਚ ਲਿਖਿਆ ਹੋਇਆ। ਨਾਰਾਜ਼ਗੀ ਤੁਹਾਡੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨਾਲ ਹੈ। ਧਰਨਾ ਤੁਸੀਂ ਰਕਾਬਗੰਜ ਸਾਹਿਬ ਦੇ ਬਾਹਰ ਲੈ ਕੇ ਬੈਠੇ ਹੋ। ਇਹ ਧਰਨਾ ਗੁਰਦੁਆਰਾ ਕਮੇਟੀ ਦੇ ਜਿਹੜੇ ਦਫ਼ਤਰ ਹੈਗਾ ਦਿੱਲੀ ਕਮੇਟੀ ਦਾ, ਉਹਦੇ ਬਾਹਰ ਵੀ ਤਾਂ ਲੱਗ ਸਕਦਾ ਸੀ। ਤੁਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਕਿਉਂ ਬੈਠੇ ਹੋ? ਔਰ ਉਹਨਾਂ ਨੇ ਮੈਨੂੰ ਕਿਹਾ ਹੈ, ਮੈਂ ਆਪਣੀ ਮਰਜ਼ੀ ਨਾਲ ਨਹੀਂ ਬੈਠੀ ਹਾਂ। ਮੈਂ ਉਹਨਾਂ ਨੂੰ ਕਹਿ ਰਹੀ ਹਾਂ, ਵੀਰ ਜੀ ਮੈਂ ਰਕਾਬਗੰਜ ਸਾਹਿਬ ਆਪ ਜੀ ਦਾ ਵੇਟ ਕਰ ਰਹੀ ਹਾਂ ਔਰ ਮੈਂ ਤਾਂ 24 ਆਵਰ ਸਾਹਿਬ ਜੀ ਦਾ ਇੰਤਜ਼ਾਰ ਕਰਾਂਗੀ। ਉਹ ਕਹਿੰਦੇ ਗੁਰੂ ਘਰ ਹੈ ਭੈਣ ਜੀ, ਜਦੋਂ ਮਰਜ਼ੀ ਤੱਕ ਬੈਠੋ, ਮੈਂ ਰੋਕਾਂਗਾ ਥੋੜੀ। ਉਦੋਂ ਮੈਂ ਜਦੋਂ ਦਫ਼ਤਰ ਦੇ ਅੰਦਰ ਜਾਂਦੀ ਔਰ ਜਿਸ ਤਰੀਕੇ ਉਹਨਾਂ ਨੇ ਸਾਡੇ ਨਾਲ ਜੋ ਵੀ ਕੀਤਾ, ਉਹਨੂੰ ਮੈਂ ਗੁੰਡਾ ਹੀ ਕਹਾਂਗੀ ਕਿ ਗੁੰਡਿਆਂ ਵਾਂਗੂ ਸਾਡੇ ਨਾਲ ਟ੍ਰੀਟਮੈਂਟ ਕੀਤੀ। ਇੱਥੇ ਤਾਂ ਫਿਰ ਮੈਂ ਗੁਰੂ ਦੀ ਸੰਗਤਾਂ ਦੇ ਨਾਲ ਔਰ ਗੁਰੂ ਦੇ ਘਰ ਬੈਠੀ ਤੇ ਆਪਣੇ ਆਪ ਨੂੰ ਸੇਫ ਸਮਝਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਲਗਾਤਾਰ ਪੰਥ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਹੈਗੇ ਆ। ਇਸ ਟਾਈਮ ਅਸੀਂ ਮੌਜੂਦ ਹੈਗੇ ਆ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਇੱਕ ਕਹਿ ਲਈ ਇੱਕ ਦਰਖਤ ਦੇ ਥੱਲੇ, ਜਿੱਥੇ ਕਿ ਇਹ ਦਫ਼ਤਰ ਹੈ, ਜਿੱਥੋਂ ਦੀ ਸ਼ਾਇਦ ਪਿੱਛੇ ਪ੍ਰਸ਼ਾਦ ਦੀਆਂ ਪਰਚੀਆਂ ਕਟਾਈਆਂ ਜਾਂਦੀਆਂ, ਉਸ ਦੀ ਬੈਕ ਸਾਈਡ ਦੇ ਉੱਪਰ ਇੱਕ ਧਰਨਾ ਮੁਜ਼ਾਹਰਾ ਜਿਹੜਾ ਥੋੜ੍ਹੇ ਨਾ ਪਹਿਲੇ ਸਕੂਲ ਦੇ ਸਟਾਫ ਨੇ ਵੀ ਲਗਾਇਆ ਸੀਗਾ, ਆਪਣੀਆਂ ਨੌਕਰੀਆਂ ਤੋਂ ਉਹਨਾਂ ਨੂੰ ਜਿਹੜਾ ਕੱਢ ਦਿੱਤਾ ਗਿਆ ਸੀਗਾ। ਤੇ ਅੱਜ ਫੇਰ ਜਿਹੜਾ 7ਵੇਂ ਦਿਨ ਤੋਂ ਜਿਹੜਾ ਹੈਗਾ 7ਵੇਂ ਦਿਨ ਦੇ ਵਿੱਚ ਧਰਨਾ ਪਹੁੰਚਿਆ। ਇੱਕ ਧਰਨਾ ਬੀਬੀ ਮਨਪ੍ਰੀਤ ਕੌਰ ਖਾਲਸਾ ਵੱਲੋਂ ਲਗਾਇਆ ਗਿਆ, ਜੋ ਕਿ ਜਾਗੋ ਪਾਰਟੀ, ਜਗ ਆਸਰਾ ਗੁਰੂ ਓਟ ਪਾਰਟੀ, ਮਨਜੀਤ ਸਿੰਘ ਜੀ ਘੇਰਾ ਦੀ ਪਾਰਟੀ ਵੱਲੋਂ ਉਹ ਨੁਮਾਇੰਦੇ ਵੀ ਨੇ ਔਰ ਤ੍ਰੀਨਗਰ ਇਲਾਕੇ ਤੋਂ ਕੈਂਡੀਡੇਟ ਵੀ ਨੇ। ਸੋ 7 ਦਿਨ ਹੋ ਗਏ ਉਹਨਾਂ ਨੇ ਜੋ ਧਰਨਾ ਮੁਜ਼ਾਹਰਾ ਲਗਾਇਆ ਹੋਇਆ, ਕਿਸ ਗੱਲ ਤੇ ਲਗਾਇਆ ਉਹਨਾਂ ਦੀ ਜਾਣਕਾਰੀ ਉਹਨਾਂ ਤੋਂ ਲੈਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨਾ ਤੁਹਾਡੇ ਵੱਲੋਂ ਲਗਾਇਆ ਗਿਆ, ਕਿਸ ਗੱਲ ਤੇ ਲਗਾਇਆ ਗਿਆ?
ਬਿਲਕੁਲ ਵੀਰ ਜੀ, ਇਹ ਅਸੀਂ 6 ਤਰੀਕ ਨੂੰ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਕੋਵਿਡ ਸੈਂਟਰ ਤੇਗ ਬਹਾਦਰ ਸਾਹਿਬ ਜੀ ਜਿਹੜਾ ਇੱਥੇ ਚੱਲ ਰਿਹਾ ਹੈਗਾ, ਉਹਦੇ 'ਚ ਇੱਕ ਗਾਣਿਆਂ ਦੀ ਵੀਡੀਓ ਜਦੋਂ ਵਾਇਰਲ ਹੁੰਦੀ ਹੈਗੀ ਹੈ ਤੇ ਉਹ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਜਾਗੋ ਪਾਰਟੀ ਦਾ ਜਿਹੜਾ ਕੈਂਡੀਡੇਟ ਆਪ ਜੀ ਦੱਸ ਰਹੇ ਹੋ, ਉਸ ਤੋਂ ਪਹਿਲੇ ਮੈਂ ਮਾਈ ਭਾਗੋ ਜਥੇ ਦੀ ਇੱਕ ਜਥੇਦਾਰਨੀ ਵੀ ਹੈਗੀ ਆ ਤੇ ਸਾਡੀ ਬੀਬੀਆਂ ਨਾਲ ਆਪਸ ਵਿੱਚ ਗੱਲ ਹੁੰਦੀ ਹੈ ਕਿ ਇਹ ਸਭ ਕੁਝ ਕਾਫੀ ਹੱਦ ਤੱਕ ਵੱਧ ਚੁੱਕਿਆ ਹੈ, ਰੋਜ਼ ਕੋਈ ਨਾ ਕੋਈ ਬੇਦਬੀ ਹੋ ਰਹੀ ਹੈਗੀ ਹੈ ਤੇ ਬੀਬੀ ਜੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪ ਦਫ਼ਤਰ ਵਿੱਚ ਜਾ ਕੇ ਉਹਨਾਂ ਨਾਲ ਗੱਲ ਕਰਕੇ ਦੇਖੀਏ ਕਿ ਇਹ ਬੇਦਬੀਆਂ ਕਿੱਥੇ ਤੱਕ ਵਧਣਗੀਆਂ, ਕਿਉਂ ਇਹ ਰੁਕ ਨਹੀਂ ਰਹੀਆਂ ਹੈਗੀਆਂ, ਕਿਉਂ ਇਹੋ ਜਿਹੇ ਰੋਜ਼ ਨਵੇਂ ਤੋਂ ਨਵੇਂ ਕੋਈ ਇਹੋ ਜਿਹੀ ਗੱਲ ਆਉਂਦੀ ਹੈ ਕਿ ਸਿੱਖਾਂ ਦਾ ਹਮੇਸ਼ਾ ਦਿਲ ਟੁੱਟੀ ਜਾ ਰਿਹਾ ਹੈਗਾ ਕਿ ਸਾਡੇ ਜਿਹੜੇ ਕਾਬਜ਼ ਪ੍ਰਧਾਨ ਹੈ ਉਹਨਾਂ ਵੱਲੋਂ ਰੋਜ਼ ਕੋਈ ਨਾ ਕੋਈ ਬੇਦਬੀ ਹੋ ਰਹੀ ਹੈ, ਕਿਉਂ? ਤੇ ਇਹ ਸਵਾਲ ਪੁੱਛਣ ਵਾਸਤੇ ਮੈਂ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਪਹੁੰਚਦੀ ਹਾਂ ਮਾਈ ਭਾਗੋ ਜਥੇ ਨਾਲ, ਸਾਡੀ ਉਹਨਾਂ ਦੀ ਬੀਬੀਆਂ ਸਾਡੇ ਨਾਲ ਸਨ ਤੇ ਜਦੋਂ ਅਸੀਂ ਅੰਦਰ ਜਾਂਦੇ ਇੱਕ ਕਾਨਫਰੰਸ ਚੱਲ ਰਹੀ ਸੀ ਜਿਹਦੇ ਵਿੱਚ ਮੈਂ ਫਤਿਹ ਦੀ ਸਾਂਝ ਬੁਲਾਉਂਦੀ ਹੈਗੀਆਂ ਤੇ ਉੱਥੇ ਮੈਨੂੰ ਫਤਿਹ ਦੀ ਸਾਂਝ ਦਾ ਜਵਾਬ ਨਾ ਦੇ ਕੇ ਹਰਮੀਤ ਕਾਲਕਾ ਜੀ ਕਹਿੰਦੇ ਤੇ ਇੱਥੇ ਕਾਨਫਰੰਸ ਚੱਲ ਰਹੀ ਹੈ ਬੀਬੀ ਜੀ, ਹਜੇ ਆਪ ਜੀ ਨਾਲ ਗੱਲ ਨਹੀਂ ਕੀਤੀ ਜਾਏਗੀ, ਕਾਨਫਰੰਸ ਖਤਮ ਹੋ ਜਾਏਗੀ ਤੇ ਆਪ ਜੀ ਨੂੰ ਐਡਰੈਸ ਕੀਤਾ ਜਾਏਗਾ। ਇਹ ਗੱਲ ਸੁਣ ਕੇ ਮੈਂ ਸਾਈਡ ਤੇ ਖੜੀ ਰਹਿ ਜਾਂਦੀ ਹਾਂ। ਜਦੋਂ ਕਾਨਫਰੰਸ ਪੂਰੀ ਖਤਮ ਹੋ ਜਾਂਦੀ ਹੈ ਤੇ ਜ਼ਾਹਿਰ ਜੀ ਗੱਲ ਹੈ ਕਿ ਹਰਮੀਤ ਕਾਲਕਾ ਜੀ ਨੂੰ ਮੈਨੂੰ ਐਡਰੈਸ ਕਰਨਾ ਚਾਹੀਦਾ ਸੀ, ਜੋ ਕਿ ਉਹਨਾਂ ਨੇ ਨਹੀਂ ਕੀਤਾ। ਉਹ ਉੱਥੋਂ ਦੀ ਸਿੱਧਾ ਉੱਠ ਕੇ ਆਪਣੇ ਵਾਪਿਸ ਪਿੱਛੇ ਕਮਰੇ ਵਿੱਚ ਚਲੇ ਜਾਂਦੇ ਹੈ ਤੇ ਜਦੋਂ ਮੈਂ ਉਹਨਾਂ ਨੂੰ ਆਵਾਜ਼ ਦਿੰਦੀ ਹਾਂ ਕਿ ਹਰਮੀਤ ਕਾਲਕਾ ਜੀ ਅਸੀਂ ਆਏ ਹੋਏ ਹਾਂ ਔਰ ਪਲੀਜ਼ ਆਪ ਮੈਨੂੰ ਜਵਾਬ ਦਿਵੋ ਜਿਹੜੇ ਮੈਂ ਸਵਾਲ ਲੈ ਕੇ ਆਈ ਹਾਂ, ਤਾਂ ਬਿਨਾਂ ਆਨਸਰ ਕੀਤੇ ਆਪਣੇ ਕਮਰੇ ਵਿੱਚ ਚਲੇ ਜਾਂਦੇ ਆ। ਔਰ ਉੱਥੇ ਜਿਹੜੇ 70-80 ਬੰਦੇ ਖਲੋਤੇ ਹੋਏ ਸੀ, ਮੈਂ ਉਹਨਾਂ ਨੂੰ ਬਿਲਕੁਲ ਨਹੀਂ ਜਾਣਦੀ ਹੈਗੀ, ਮੇਰੇ ਲਈ ਸਾਰੇ ਮੇਰੇ ਵੀਰ ਸੀ ਜਿਹੜੇ ਖੜੇ ਸੀ, ਲੇਕਿਨ ਉਹਨਾਂ ਨੇ ਉੱਥੇ ਰੋਲਾ ਪਾਉਣਾ ਸ਼ੁਰੂ ਕਰਤਾ ਕਿ ਤੁਸੀਂ ਇੱਕ ਕੈਂਡੀਡੇਟ ਹੋ, ਤੁਸੀਂ ਮੈਂ ਕਿ ਜਾਗੋ ਦੇ ਹੋ, ਤ੍ਰੀਨਗਰ ਤੋਂ ਇਲੈਕਸ਼ਨ ਲੜ ਰਹੇ ਹੋ। ਮੈਂ ਕਿ ਬਿਲਕੁਲ ਮੈਂ ਇਲੈਕਸ਼ਨ ਲੜ ਰਹੀ ਹਾਂ, ਲੇਕਿਨ ਵੀਰ ਜੀ ਮੈਂ ਬੇਨਤੀ ਕਰਦੀ ਹਾਂ ਕਿਉਂਕਿ ਅੱਜ ਮੈਂ ਸਿਰਫ ਔਰ ਸਿਰਫ ਇੱਕ ਮਾਈ ਭਾਗੋ ਦੀ ਜਥੇਦਾਰਨੀ ਬਣ ਕੇ ਇੱਥੇ ਤੁਹਾਡੇ ਕੋਲ ਪਹੁੰਚੀ ਹਾਂ ਔਰ ਚਾਹਾਂਗੀ ਕਿ ਆਪ ਮੈਨੂੰ ਉਸੇ ਤਰੀਕੇ ਮੈਂ ਜੋ ਸਵਾਲ ਕਰਨ ਆਈ ਹਾਂ ਹਰਮੀਤ ਜੀ ਮੈਨੂੰ ਜਵਾਬ ਦੇਣ, ਜੋ ਕਿ ਉਹਨਾਂ ਨੇ ਨਹੀਂ ਦਿੱਤਾ। ਉਹਨੂੰ ਜਿੰਨਾ ਗੰਦਾ ਹੋ ਸਕਦਾ ਸੀ ਬੋਲਦੇ ਆ। ਮੇਰੇ ਖਿਆਲ ਨਾਲ ਜਿਹੜੀ ਅਸੀਂ ਗਾਲਾਂ ਕਹਿੰਦੇ ਨੇ ਬੰਦੇ ਕੱਢਦੇ ਨੇ, ਉਸ ਤੋਂ ਵੀ ਇੱਕ ਗੰਦੀ ਗੱਲ ਔਰਤ ਵਾਸਤੇ ਹੁੰਦੀ ਹੈ ਕਿ ਅਸੀਂ ਗੰਦੀਆਂ ਹੈ ਤੇ ਗੰਦ ਪਾਣ ਆਈਆਂ ਨੇ। ਇਹ ਸ਼ਬਦ ਜਦੋਂ ਵਰਤੇ ਜਾਂਦੇ ਆ ਤੇ ਕਿਹਨਾਂ ਨੇ ਵਰਤੇ ਸ਼ਬਦ? ਇਹ ਜੀ ਉੱਥੇ ਬਹੁਤ ਸਾਰੇ ਬੰਦੇ ਸੀ, ਇੱਕ ਤਿੰਨ ਜਾਣੇ ਤੇ ਮੈਨੂੰ ਹੁਣ ਨਾਮ ਵੀ ਪਤਾ ਲੱਗਾ ਕਿਉਂਕਿ ਮੈਂ ਕਿਸੇ ਨੂੰ ਜਾਣਦੀ ਨਹੀਂ ਸੀ ਤੇ ਐਜ਼ ਆ ਫੋਟੋ ਤੇ ਮੈਂ ਪਤਾ ਕੀਤਾ ਕਿ ਇਨ ਬੰਦਿਆਂ ਦੇ ਕੀ ਨਾਮ ਹੈਗੇ ਤੇ ਉਹਨਾਂ ਵਿੱਚ ਇੱਕ ਬਿੰਦਰਾ ਜੀ ਹੈ ਨੇ ਕੋਈ ਔਰ ਇੱਕ ਢੋਲਕੀ ਜੀ ਨੇ ਤੇ ਇੱਕ ਬੱਬਰ ਨਾਮ ਦੇ ਕੋਈ ਵੀਰ ਜੀ ਨੇ। ਉਹਨਾਂ ਨੇ ਵਰਲਡ ਸਾਡੇ ਲਈ ਵਰਤੇ ਗਏ ਕਿ ਬਈ ਅਸੀਂ ਗੰਦੀਆਂ ਬੀਬੀਆਂ ਹੈਗੀਆਂ ਜਾਗੋ ਦੀਆਂ ਤੇ ਅਸੀਂ ਗੰਦ ਪਾਣ ਆਈਆਂ। ਮੈਂ ਤਦ ਵੀ ਉਹਨਾਂ ਨੂੰ ਬੋਲਿਆ ਵੀਰ ਜੀ ਅਸੀਂ ਜਾਗੋ ਤੋਂ ਅੱਜ ਬਿਲਕੁਲ ਨਹੀਂ ਆਈ ਹੈਗੀਆਂ, ਮੈਂ ਬਿਲਕੁਲ ਆਪਣੇ ਜਥੇ ਵੱਲੋਂ ਆਈ ਹੈਗੀ, ਤੁਸੀਂ ਇੱਕ ਵਾਰੀ ਗੱਲ ਕਰੋ। ਈਵਨ ਕਿ ਜਿਹੜੀ ਬੀਬੀਆਂ ਮੇਰੇ ਨਾਲ ਜਥੇ ਦੀ ਗਈਆਂ ਸੀ ਉਹਨਾਂ ਨੇ ਵੀ ਇਹ ਗੱਲ ਬੋਲੀ ਕਿ ਚਲੋ ਆਪ ਇਹਨੂੰ ਸਾਈਡ ਕਰ ਦਿਓ, ਅਸੀਂ ਡਾਇਰੈਕਟ ਆਪ ਜੀ ਨਾਲ ਗੱਲ ਕਰਦੇ ਹਾਂ। ਇਹ ਤੇ ਤੁਸੀਂ ਕਹਿ ਰਹੇ ਜਾਗੋ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਨੇ ਉਹਨਾਂ ਨਾਲ ਵੀ ਨਹੀਂ ਗੱਲ ਕੀਤੀ, ਉਲਟਾ ਬਲਕਿ ਉਹਨਾਂ ਨੂੰ ਵੀ ਇਹ ਸ਼ਬਦ ਬੋਲੇ ਗਏ ਕਿ ਮਾਈ ਭਾਗੋ ਦੀ ਵਾਰਸਾ ਕਿੰਨੀਆਂ ਤੇ ਤੁਸੀਂ ਰੋਮਾਂ ਦੀ ਬੇਦਬੀਆਂ ਕੀਤੀਆਂ ਨੇ, ਜਿੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੀ ਸਿਰ ਦੀ ਚੁੰਨੀ ਸੋਚ ਸਕਦੇ ਹੋ ਲੇਡੀਜ਼ ਲਈ ਚੁੰਨੀ ਕੀ ਹੁੰਦੀ ਹੈ, ਮਹੱਤਵ ਕੀ ਰੱਖਦੀ ਹੈ। ਉਹਨਾਂ ਦੇ ਸਿਰ ਦੀ ਚੁੰਨੀ ਵੀ ਉਤਾਰੀ, ਮੂੰਹ ਤੋਂ ਮਾਸਕ ਵੀ ਉਤਾਰਿਆ ਔਰ ਆਪਣੇ ਬੀਬੀ ਹਰਜੀਤ ਕੌਰ ਬੰਸਲ ਜੋ ਮੇਰੇ ਜਥੇ ਦੇ ਸਕੱਤਰ ਹੈਗੇ ਨੇ ਉਹਨਾਂ ਦਾ ਉਤਾਰਿਆ ਨਹੀਂ, ਉਹਨਾਂ ਨੇ ਆਪ ਉਤਾਰਿਆ। ਜਦੋਂ ਇਹਨਾਂ ਨੇ ਬੋਲਿਆ ਕਿ ਤੁਸੀਂ ਰੋਮਾਂ ਦੀ ਬੇਦਬੀ ਕਰਦੇ ਹੋ ਤਾਂ ਉਹਨਾਂ ਨੇ ਇਹਨਾਂ ਨੂੰ ਪ੍ਰੈਜ਼ੈਂਟ ਕਰਨ ਵਾਸਤੇ ਕਿ ਅਗਰ ਆਪ ਮੇਰਾ ਫੇਸ ਦੇਖ ਸਕਦੇ ਹੋ, ਮੇਰੇ ਬਾਲ ਦੇਖ ਸਕਦੇ ਹੋ, ਕਿਤੇ ਵੀ ਅਸੀਂ ਕੇਸ ਨਹੀਂ ਰੰਗੇ ਹੋਏ ਔਰ ਨਾ ਰੋਮਾਂ ਦੀ ਬੇਦਬੀ ਕੀਤੀ ਹੈ, ਤੁਸੀਂ ਇੰਨੀ ਵਰਲਡ ਸਾਨੂੰ ਕਿੱਦਾਂ ਬੋਲ ਸਕਦੇ ਹੈਗੇ ਹੋ। ਉਹਦੇ ਬਾਅਦ ਉਹ ਸਾਰੇ ਮੈਨੂੰ ਛੱਡ ਕੇ ਫਿਰ ਉਹਨਾਂ ਦੇ ਦਿਵਾਲੇ ਹੋ ਜਾਂਦੇ, ਫਿਰ ਉਹਨਾਂ ਨੂੰ ਸਾਰੀ ਮਾੜੀ ਚੰਗੀਆਂ ਗੱਲਾਂ ਕਰਨ ਲੱਗ ਜਾਂਦੇ ਆ। ਮੈਂ ਕਿ ਜਿਹੜੀ ਵੀ ਸਾਡੀ ਅਸੀਂ 5 ਬੀਬੀਆਂ ਵਿੱਚੋਂ ਜਿਹੜੀ ਵੀ ਅਸੀਂ ਗੱਲ ਕਰਦੇ ਕਿਉਂਕਿ ਅਸੀਂ 7 ਬੀਬੀਆਂ ਗਈਆਂ ਸੀ ਜਿਨ੍ਹਾਂ 'ਚ 2 ਬੀਬੀਆਂ ਨੂੰ ਇਹਨਾਂ ਨੇ ਅੰਦਰ ਨਹੀਂ ਆਉਣ ਦਿੱਤਾ, 5 ਬੀਬੀਆਂ ਅਸੀਂ ਮੌਜੂਦਾ ਕਮਰੇ ਦੇ ਵਿੱਚ ਸਨ। ਜਿਹੜੀ ਬੀਬੀ ਨੂੰ ਮੈਂ ਕਿ ਅਗਰ ਕੋਈ ਗੱਲ ਕਰਦੀ ਸੀ ਤਾਂ ਉਹਨੂੰ ਉਲਟ ਸ਼ਬਦ ਬੋਲਣੇ ਲੱਗ ਜਾਂਦੇ ਸੀ ਤਾਂ ਉਹਦਾ ਆਨਸਰ ਉਹੀ ਬੀਬੀ ਫਿਰ ਅੱਗੋਂ ਦੀ ਉਹਨਾਂ ਨੂੰ ਦਿੰਦੇ ਸੀ ਕਿ ਤੁਸੀਂ ਇੱਦਾਂ ਦੀ ਗੱਲ ਕਰ ਰਹੇ ਹੋ, ਅਸੀਂ ਇੱਥੇ ਕੀ ਸਾਡਾ ਕੋਈ ਰਾਈਟ ਨਹੀਂ ਹੈ ਕਿ ਜੇ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਆ ਕੇ ਕਰੀਏ। ਤਾਂ ਉਹ ਕਹਿੰਦੇ ਜੀ ਮੀਡੀਆ ਤੇ ਮਾਫੀ ਮੰਗਦੇ ਲਈ ਅਸੀਂ ਹੋਰ ਕੀ ਕਰੀਏ। ਮੈਂ ਅੱਜ ਗੱਲ ਕਰ ਰਹੀ ਹਾਂ ਕੋਈ ਵੀ ਮੀਡੀਆ ਤੇ ਕੋਈ ਗੱਲ ਕਰਦੇ ਤੇ ਇਹ ਜ਼ਰੂਰੀ ਨਹੀਂ ਹੈ ਕਿ ਸੰਗਤਾਂ ਉਸ ਚੀਜ਼ ਨੂੰ ਪ੍ਰਵਾਨ ਕਰਨ। ਜੇ ਸੰਗਤਾਂ ਸੈਕਰੀਫਾਈਸ ਨਹੀਂ ਹੈ ਤੇ ਸੰਗਤਾਂ ਆਣਗੀਆਂ ਔਰ ਇਸ ਗੱਲ ਦਾ ਸਵਾਲ ਆਪਣੇ ਸਮੁਖ ਤੋਂ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਪੁੱਛਣਗੇ। ਰੋਸ਼ ਦਾ ਧਰਨੇ ਦਾ ਮੁੱਖ ਕਾਰਨ ਕੀ ਹੈ ਤੁਹਾਡਾ, ਕਿਉਂ ਤੁਸੀਂ ਧਰਨੇ ਤੇ ਹੋ? ਮੁੱਖ ਕਾਰਨ ਇਹ ਹੈ ਜੀ ਜੋ ਕਿ ਇਹਨਾਂ ਨੇ ਜਿਹੜੇ ਵਰਲਡ ਸਾਨੂੰ ਮੱਧਭਾਗੇ ਵਰਲਡ ਬੋਲੇ ਗਏ ਹੈ ਔਰ ਆਪ ਜੀ ਨੂੰ ਪਤਾ ਹੈ ਕਿ ਮੀਡੀਆ ਨੂੰ ਵੀ ਉਦੋਂ ਮਾਰਕੁੱਟ ਹੋਈ ਸੀ, ਮੀਡੀਆ ਵੱਲੋਂ ਜਿਹੜੀ ਕੋਈ ਰਿਕਾਰਡਿੰਗ ਕੀਤੀ ਗਈ ਸੀ ਉਹਨੂੰ ਵੀ ਡਿਲੀਟ ਕਰਾਇਆ ਗਿਆ ਇਹਨਾਂ ਵੱਲੋਂ। ਤੇ ਜਿੱਥੇ ਤੱਕ ਮੈਂ ਸਮਝਦੀ ਹਾਂ ਕਿ ਜੇ ਮੀਡੀਆ ਦੀ ਵੀ ਗੱਲ ਕਰਾਂ ਕਿਉਂਕਿ ਉਹ ਹਮੇਸ਼ਾ ਹੱਕ ਔਰ ਸੱਚ ਦੀ ਗੱਲਾਂ ਸਾਡੇ ਸਾਹਮਣੇ ਲਿਆਉਂਦੇ, ਕੌਮ ਦੀ ਕਈ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਘਰ ਬੈਠੇ ਸਾਡੇ ਕੋਲ ਪਹੁੰਚਦੀਆਂ ਤੇ ਅਸੀਂ ਉਹਨਾਂ ਦੇ ਵੱਲ ਧਿਆਨ ਦਿੰਦੇ ਹੈਗੇ ਹਾਂ। ਤੇ ਮੀਡੀਆ ਦਾ ਇੱਕ ਸਾਡੇ ਸਮਾਜ ਵਿੱਚ ਬਹੁਤ ਵੱਡਾ ਰੋਲ ਹੈਗਾ ਵਾ ਕਿ ਸਾਡੇ ਕੋਲ ਹਰ ਗੱਲ ਪਹੁੰਚਾਈ ਜਾਂਦੀ ਹੈ। ਇੱਕ ਤੇ ਉਹਨਾਂ ਦੇ ਵਾਸਤੇ ਬੈਠੀ ਹਾਂ, ਦੂਸਰਾ ਮਾਈ ਭਾਗੋ ਜੀ ਜਿਨ੍ਹਾਂ ਦੇ ਜਥੇ ਦੇ ਵੱਲੋਂ ਅਸੀਂ ਜਾਂਦੇ ਹੈਗੇ ਹਾਂ ਤੇ ਕਿਤੇ ਨਾ ਕਿਤੇ ਇਹਨਾਂ ਨੇ ਸਾਨੂੰ ਕੁਝ ਨਹੀਂ, ਉਹ ਮਾਈ ਭਾਗੋ ਜੀ ਨੂੰ ਜਿਹੜੇ ਵੀ ਵਰਲਡ ਬੋਲੇ ਉਹਨਾਂ ਨੂੰ ਬੋਲੇ ਕਿਉਂਕਿ ਅਸੀਂ ਜਦੋਂ ਜਥੇ ਤੋਂ ਬਿਲੋਂਗ ਕਰਦੇ ਤੇ ਅਸੀਂ ਉਹਨਾਂ ਦੇ ਵਾਰਿਸ ਕਮਾਉਂਦੇ ਹੈਗੇ ਆ ਤੇ ਇਹਨਾਂ ਨੇ ਉਹਨਾਂ ਨੂੰ ਕਿਤੇ ਗਾਲਾਂ ਕੱਢੀਆਂ। ਔਰ ਬੀਬੀਆਂ ਦੀ ਹੋਣ ਦੀ ਗੱਲ ਆ ਜਾਂਦੀ ਹੈ ਕਿ ਜੇ ਅਸੀਂ ਸਵਾਲ ਕਰਨ ਜਾਂਦੇ ਤੇ ਸਾਨੂੰ ਗਾਲਾਂ ਮਿਲਦੀਆਂ ਤੇ ਜੇ ਅੱਜ ਮੈਂ ਹੋਣ ਦੀ ਲੜਾਈ ਨਹੀਂ ਲੜਦੀ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਕਦੀ ਵੀ ਕੋਈ ਬੀਬੀ ਗੁਰਦੁਆਰੇ 'ਚ ਕਿੰਨੀਆਂ ਵੀ ਬੇਦਬੀਆਂ ਹੋਣ ਕਦੀ ਸਵਾਲ ਪੁੱਛਣ ਨਹੀਂ ਆਏਗੀ। ਭੈਣ ਜੀ ਤੁਸੀਂ
ਜਿਹੜੇ ਤੁਹਾਡੇ ਰੋਸ਼ ਹੈ, ਤੁਹਾਡਾ ਰੋਸ਼ ਪ੍ਰਦਰਸ਼ਨ ਹੈ, ਤੁਹਾਨੂੰ ਕੋਈ ਗੱਲ ਨਹੀਂ ਦਿੱਲੀ ਕਮੇਟੀ ਵੱਲੋਂ ਜੱਚੀ, ਤੁਹਾਡੇ ਨਾਲ ਬਦਸਲੂਕੀ ਹੋਈ, ਉਹਦੇ ਵਾਸਤੇ ਤੁਸੀਂ ਧਰਨੇ ਤੇ ਬੈਠੇ ਹੋ, ਵਾਜਬ ਹੈ। ਤੁਸੀਂ ਮੀਡੀਆ ਵਾਸਤੇ ਵੀ ਜੋ ਉਹਦੇ ਨਾਲ ਮੀਡੀਆ ਦੇ ਨਾਲ ਬਦਸਲੂਕੀ ਹੋਈ, ਬੜੀ ਮੰਦਭਾਗੀ ਘਟਨਾ ਸੀਗੀ, ਉਸ ਦੇ ਵਾਸਤੇ ਵੀ ਬੈਠੇ ਹੋ। ਮੈਂ ਇੱਕ ਮੀਡੀਆ ਕਰਮੀ ਹਾਂ, ਅਸੀਂ ਵੀ ਜਿਹੜੇ ਸਾਡਾ ਇੱਕ ਜਿਹੜੀ ਇੱਕ ਭੈਣ ਤੇ 2 ਭੈਣਾਂ ਤੇ ਇੱਕ ਭਰਾ ਦੇ ਨਾਲ ਜਿਹਦੇ ਨਾਲ ਬਦਸਲੂਕੀ ਹੋਈ, ਅਸੀਂ ਵੀ ਉਹਨਾਂ ਦਾ ਜਿਹੜੇ ਨਾਲ ਖੜੇ ਹਾਂ ਤੇ ਨਾਲ ਅਸੀਂ ਇੰਟਰਵਿਊ ਵੀ ਕੀਤੀ ਉਹਨਾਂ ਦੀ, ਇਹ ਮੁੱਦੇ ਨੂੰ ਵੀ ਅਸੀਂ ਚੁੱਕਿਆ। ਠੀਕ ਹੈ, ਜੋ ਹੋਇਆ ਸੀਗਾ ਉਹ ਨਹੀਂ ਹੋਣਾ ਚਾਹੀਦਾ ਸੀ, ਮੰਦਭਾਗੀ ਘਟਨਾ ਸੀਗੀ। ਹਰਮੀਤ ਸਿੰਘ ਕਾਲਕਾ ਨੇ ਬਾਅਦ ਚੋਂ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ ਤੇ ਇਸ ਗੱਲ ਦੀ ਮਾਫੀ ਵੀ ਮੰਗੀ ਆ। ਮੈਂ ਦਿਲੋਂ ਵੀ ਇਸ ਗੱਲ ਦਾ ਸਪੋਰਟ ਕਰਦਾ ਕਿ ਕੋਈ ਤਾਂ ਸਾਡੇ ਮੀਡੀਆ ਕਰਮੀਆਂ ਦੇ ਨਾਲ ਜੇ ਕਿਤੇ ਬਦਸਲੂਕੀ ਹੋਈ ਹੈ ਤਾਂ ਕੋਈ ਤਾਂ ਨਿੱਜੀ ਤੌਰ ਤੇ ਮੈਂ ਸਪੋਰਟ ਕਰਦਾ ਕਿ ਤੁਸੀਂ ਧਰਨਾ ਲਾ ਕੇ ਬੈਠੇ ਹੋ ਤੇ ਚਲੋ ਕੋਈ ਮੀਡੀਆ ਦੇ ਨਾਲ ਜੇ ਬਦਸਲੂਕੀ ਹੁੰਦੀ ਹੈ, ਕੋਈ ਆਵਾਜ਼ ਚੁੱਕਦਾ, ਭਾਵੇਂ ਉਹ ਵਿਰੋਧੀ ਧਿਰੀ ਹੋਵੇ, ਭਾਵੇਂ ਉਹ ਗੈਰ ਸੱਤਾ ਧਿਰੀ ਹੋਵੇ ਜਾਂ ਕੋਈ ਹੋਰ ਜਥੇਬੰਦੀ ਵੀ ਹੋਵੇ, ਤੁਹਾਡੀ ਜੇ ਮਾਈ ਭਾਗੋ ਜਥੇਬੰਦੀ ਹੈ, ਜੇ ਮੀਡੀਆ ਵਾਸਤੇ ਆਵਾਜ਼ ਚੁੱਕ ਰਹੀ ਹੈ ਤਾਂ ਮੈਂ ਸਪੋਰਟ ਕਰਦਾ। ਪਰ ਇਸ ਦੇ ਵਿੱਚ ਕਈ ਸਵਾਲ ਵੀ ਆ ਜਾਂਦੇ ਆ। ਮੈਨੂੰ ਤੁਸੀਂ ਇਹ ਦੱਸਿਓ ਕਿ ਜੋ ਉੱਥੇ ਤੁਸੀਂ ਪਹੁੰਚੇ ਸੀਗੇ, ਕਦੀ ਤੁਸੀਂ ਕੋਈ ਦਿੱਲੀ ਕਮੇਟੀ ਤੋਂ ਕੋਈ ਅਪਾਇੰਟਮੈਂਟ ਲਈ ਸੀਗੀ? ਹਰਮੀਤ ਕਾਲਕਾ ਤੋਂ ਤੁਸੀਂ ਕੋਈ ਟਾਈਮ ਲਿਆ ਸੀਗਾ, ਸਮਾਂ ਤੁਸੀਂ ਬੰਦਿਆ ਸੀਗਾ, ਤੁਸੀਂ ਉਹਨਾਂ ਨੂੰ ਇਨਫੋਰਮ ਕੀਤਾ ਸੀਗਾ ਕਿ ਤੁਸੀਂ ਆ ਰਹੇ ਹੋ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ? ਨਹੀਂ ਜੀ, ਮੈਂ ਬਿਲਕੁਲ ਉਹਨਾਂ ਤੋਂ ਕੋਈ ਟਾਈਮ ਨਹੀਂ ਲਿਆ ਸੀ, ਕਿਉਂਕਿ ਝੂਠ ਮੈਂ ਨਾ ਬੋਲਿਆ ਨਾ ਮੈਂ ਕਦੀ ਬੋਲਾਂਗੀ। ਮੈਂ ਕੋਈ ਵੀ ਟਾਈਮ ਨਹੀਂ ਲਿਆ ਸੀ, ਕਿਉਂਕਿ ਅਸੀਂ ਇਹ ਸੋਚ ਕੇ ਨਹੀਂ ਆਏ ਸੀ। ਅਸੀਂ ਸਾਨੂੰ ਗੁਰਦੁਆਰੇ ਜਿਹੜਾ ਵੀ ਕੋਈ ਮਿਲੇਗਾ ਦਫ਼ਤਰ ਵਿੱਚ, ਚਾਹੇ ਸਿਰਸਾ ਸਾਹਿਬ ਮਿਲਣ, ਚਾਹੇ ਹਰਮੀਤ ਸਿੰਘ ਕਾਲਕਾ ਜੀ ਮਿਲਣ, ਅਸੀਂ ਗੱਲ ਕਰਾਂਗੇ। ਕਿਉਂਕਿ ਹਮੇਸ਼ਾ ਇਹ ਹੁੰਦਾ ਕਿ ਜਦੋਂ ਮੈਂ ਆਪ ਜੀ ਨੂੰ ਕਹਾਂਗੀ ਸਾਡੇ ਗੁਰਦੁਆਰਾ 19 ਨੰਬਰ ਵਿੱਚ ਪਿੱਛੇ ਹਰਮੀਤ ਕਾਲਕਾ ਜੀ ਜਿਹੜੇ ਇੱਕ ਖਾਸ ਮੈਂਬਰ ਹੈਗਾ ਇਹਨਾਂ ਦਾ, ਗੁਰਮੀਤ ਸਿੰਘ ਬਿੱਟੂ ਜੀ, ਉਹ ਉਸ ਗੁਰਦੁਆਰੇ 'ਚ ਜੋ ਸਾਰੀ ਘਟਨਾ ਵਾਪਰਦੀ ਹੈ ਉਸ ਗੁਰਦੁਆਰੇ ਦੇ ਵਿੱਚ, ਉਦੋਂ ਤੋਂ ਹਰਮੀਤ ਕਾਲਕਾ ਜੀ ਸਾਡੇ ਫੋਨ ਐਕਸੈਪਟ ਨਹੀਂ ਕਰਦੇ ਸੀ। ਉਹ ਸਾਡੇ ਨਾਲ ਕਿਤੇ ਨਾ ਕਿਤੇ ਗੱਲ ਕਰਨ ਤੋਂ ਹਮੇਸ਼ਾ ਗੁਰੇਜ਼ ਕਰਦੇ ਸੀ। ਪਰ ਅਪਾਇੰਟਮੈਂਟ ਤੁਸੀਂ ਲਈ ਨਹੀਂ, ਸਮਾਂ ਤੁਸੀਂ ਲਿਆ ਨਹੀਂ। ਚਲੋ ਤੁਸੀਂ ਜੇ ਸਮਾਂ ਵੀ ਲਿਆ ਕੋਈ ਗੱਲ ਨਹੀਂ, ਮੈਂ ਗੱਲ ਮੰਨਦਾ ਕਿ ਪ੍ਰਬੰਧਕ ਸੱਜਣ ਨੇ, ਉਹ ਦਿੱਲੀ ਦੇ ਚੁਣੇ ਹੋਏ ਨੁਮਾਇੰਦੇ ਨੇ, ਦਿੱਲੀ ਦੇ ਸੰਗਤ ਨੂੰ ਰਿਪਰੈਜ਼ੈਂਟ ਕਰਦੇ, ਸੰਗਤਾਂ ਜਦੋਂ ਵੀ ਮਿਲਣਾ ਚਾਹਣ ਉਹਨਾਂ ਦੀ ਜ਼ਿੰਮੇਵਾਰੀ ਹੈ ਮਿਲਣਾ। ਪਰ ਕੀ ਤੁਸੀਂ ਉਹਨਾਂ ਨੂੰ ਇਨਫੋਰਮ ਕੀਤਾ ਸੀ? ਤੁਸੀਂ ਆਏ ਹੋ ਕਮਰੇ ਦੇ ਵਿੱਚ ਜਾਣ ਤੋਂ ਪਹਿਲੇ ਕਿ ਤੁਹਾਡੇ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਸੀਗਾ? ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਦੱਸਣਾ ਚਾਹੀਦਾ ਸੀਗਾ? ਮੈਨੂੰ ਦੇਖੋ, ਪਹਿਲੇ ਤਾਂ ਮੈਂ ਇਹ ਗੱਲ ਕਹਾਂਗੀ ਕਿ ਕਿਉਂਕਿ ਕਈ ਵਾਰੀ ਅਸੀਂ ਆਉਂਦੇ ਹਾਂ, ਕਦੀ ਵੀ ਅਸੀਂ ਦੱਸ ਕੇ ਨਹੀਂ ਆਏ ਹਾਂ। ਆਉਂਦੇ ਆ, ਮਿਲਦੇ ਆ ਤੇ ਅਸੀਂ ਮਿਲ ਕੇ ਚਲੇ ਜਾਂਦੇ, ਨਹੀਂ ਮਿਲਦੇ ਤੇ ਅਸੀਂ ਵਾਪਸ ਚਲੇ ਜਾਂਦੇ ਆ। ਤੇ ਮੈਨੂੰ ਇਦਾਂ ਦਾ ਕਦੀ ਲੱਗਾ ਹੀ ਨਹੀਂ ਕਿ ਮੈਨੂੰ ਫੋਨ ਕਰਕੇ ਆਉਣਾ ਚਾਹੀਦਾ ਹੈਗਾ। ਹੁਣ ਉਹਨਾਂ ਨੇ ਮੈਨੂੰ ਦੱਸਿਆ ਸੀ ਤੇ ਸਿਰਸਾ ਸਾਹਿਬ ਜੀ ਤੋਂ ਮੈਂ ਪੂਰੇ 11-12 ਦਿਨ ਪਰਮਿਸ਼ਨ ਮੰਗਦੀ ਰਹਿ ਗਈ, ਨਹੀਂ ਮਿਲੀ ਮੈਨੂੰ, ਤਾਂ ਹੀ ਅੱਜ ਇੱਥੇ ਆਉਣਾ ਪਿਆ। ਅੱਛਾ, ਤੁਸੀਂ 10-11 ਦਿਨ ਤੋਂ ਮੰਗਦੇ ਪਏ ਹੋ ਟਾਈਮ? ਬਿਲਕੁਲ ਜੀ, ਬਿਲਕੁਲ। ਮੈਂ ਕਿੱਥੇ ਚਿੱਠੀ ਲਿਖੀ ਹੈ ਤੁਸੀਂ? ਹਾਂਜੀ ਬਿਲਕੁਲ, ਮੈਂ ਉਹਨਾਂ ਨੂੰ ਚਿੱਠੀ ਲਿਖੀ ਹੈਗੀ ਹੈ, ਆਪ ਲੈ ਕੇ ਆਓ। ਮੈਂ 11 ਤਰੀਕ ਨੂੰ ਇੱਕ ਲੈਟਰ ਰਾਹੀਂ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਪੂਰਾ ਵੇਰਵਾ ਦੱਸਿਆ ਕਿ ਇਹ ਸਭ ਕੁਝ ਇੱਥੇ ਆਪ ਜੀ ਦੇ ਦਫ਼ਤਰ ਵਿੱਚ ਘਟਨਾ ਘਟੀ, ਕਿਉਂਕਿ ਆਪ ਉੱਥੇ ਮੌਜੂਦ ਨਹੀਂ ਸੀ। ਆਹ ਸਭ ਕੁਝ ਹੋਇਆ, ਮੀਡੀਆ ਦਾ ਵੀ ਦੱਸਿਆ ਤੇ ਆਪਣਾ ਵੀ ਦੱਸਿਆ। ਤੇ ਉਹਨਾਂ ਵਿੱਚ ਆਪਣੀ ਇੱਕ ਮੰਗ ਵੀ ਰੱਖੀ ਕਿ ਮੈਂ ਚਾਹੁੰਦੀ ਹਾਂ ਕਿ ਜਿਹੜੇ ਮਾਈ ਭਾਗੋ ਜੀ ਦੇ ਵਾਸਤੇ ਗਲਤ ਵਰਡ ਬੋਲੇ ਗਏ, ਮੀਡੀਆ ਵਾਸਤੇ ਮਾਰਕੁੱਟ ਕੀਤੀ ਗਈ ਹੈ, ਉਹਦੇ ਵਾਸਤੇ ਆਪ ਇੱਕ ਜਨਤਕ ਕਾਨਫਰੰਸ ਬੁਲਾਓ। ਉਹਦੇ 'ਚ ਮੀਡੀਆ ਤੋਂ ਔਰ ਮਾਈ ਭਾਗੋ ਜੀ ਤੋਂ, ਅਸੀਂ ਨਹੀਂ ਕਹਿੰਦੇ ਸਾਡੇ ਤੋਂ, ਮਾਈ ਭਾਗੋ ਜੀ ਦਾ ਨਾਮ ਲੈ ਕੇ ਕਹਿਣ ਕਿ ਅਸੀਂ ਮਾਈ ਭਾਗੋ ਜੀ ਤੋਂ ਮਾਫੀ ਮੰਗਦੇ ਹਾਂ ਕਿ ਉਹਨਾਂ ਦੀ ਬੇਟੀਆਂ ਇੱਥੇ ਆਈਆਂ ਸੀ ਤੇ ਅਸੀਂ ਬਦਸਲੂਕੀ ਕੀਤੀ ਹੈਗੀ ਹੈ। ਟਾਈਮ ਨਹੀਂ ਮਿਲਿਆ ਤੁਹਾਨੂੰ? ਬਿਲਕੁਲ ਨਹੀਂ ਮਿਲਿਆ ਜੀ। 11 ਤਰੀਕ ਦੇ ਬਾਅਦ ਮੈਂ 13 ਤਰੀਕ ਨੂੰ ਆਪਣੀ ਫੇਸਬੁੱਕ ਤੋਂ ਲਾਈਵ ਹੁੰਦੀਆਂ, ਜਨਤਕ ਉਹਨਾਂ ਤੋਂ ਟਾਈਮ ਮੰਗਦੀਆਂ ਕਿ ਪਲੀਜ਼ ਮੈਨੂੰ ਟਾਈਮ ਦਿੱਤਾ ਜਾਵੇ, ਨਹੀਂ ਦਿੱਤਾ ਜਾਂਦਾ। 17 ਤਰੀਕ ਗੁਰਦੁਆਰਾ ਕਮੇਟੀ ਆ ਗਏ, ਤੁਸੀਂ ਟਾਈਮ ਮੰਗਿਆ ਫਿਰ? ਹਾਂਜੀ, ਮੈਂ ਦੱਸ ਰਹੀ ਹਾਂ ਜੀ, 17 ਤਰੀਕ ਨੂੰ ਮੈਂ ਆਉਂਦੀ ਹਾਂ, ਇੱਕ ਮੈਸੇਜ ਪੂਰਾ ਬਣਾ ਕੇ ਆਈ ਸੀ ਜੀ। ਮੈਂ ਸਾਰੀ ਮੀਡੀਆ ਨੂੰ ਵੀ ਮੈਂ ਉਦੋਂ ਮੈਸੇਜ ਦਿੱਤੇ ਸੀ। ਔਰ ਮੈਂ ਇਹ ਜਿਹੜਾ ਲੈਟਰ ਮੈਂ ਮਨਜਿੰਦਰ ਸਿੰਘ ਸਿਰਸਾ ਜੀ ਨੂੰ 11 ਤਰੀਕ ਨੂੰ ਦੇ ਕੇ ਗਈ ਹਾਂ ਜੀ ਮੈਂ। ਅੱਛਾ, ਇਹਦੇ ਵਿੱਚ ਤੁਸੀਂ ਮਿਲਣ ਦਾ ਸਮਾਂ ਮੰਗਿਆ? ਬਿਲਕੁਲ ਜੀ, ਇਹਦੇ ਵਿੱਚ ਲਿਖਿਆ ਹੋਇਆ। ਅੱਛਾ, ਤੇ ਨਹੀਂ ਦਿੱਤਾ ਗਿਆ ਤੁਹਾਨੂੰ ਸਮਾਂ? ਬਿਲਕੁਲ ਨਹੀਂ ਦਿੱਤਾ ਗਿਆ। ਰਿਪਲਾਈ ਆਇਆ ਤੁਹਾਨੂੰ? ਉਹੀ ਮੈਂ ਦੱਸ ਰਹੀ ਸੀ, 17 ਤਰੀਕ ਨੂੰ ਮੈਂ ਇੱਥੇ ਪਹੁੰਚਦੀ ਹਾਂ ਤੇ ਮੈਨੂੰ ਪਤਾ ਲੱਗਦਾ ਮਨਜਿੰਦਰ ਸਿੰਘ ਸਿਰਸਾ ਜੀ ਇੱਥੇ ਨਹੀਂ ਨੇ। ਤੇ ਇੱਥੇ ਫਿਰ ਮੈਂ GMG ਦੇ ਕਮਰੇ ਵਿੱਚ ਜਾਂਦੀ, ਕਿਉਂਕਿ ਮੇਰੇ ਕੋਲ ਇੱਥੇ ਕਿਸੇ ਦੇ ਵੀ ਨੰਬਰ ਨਹੀਂ ਸਨ ਤੇ ਮੈਨੂੰ ਉਦੋਂ ਹੀ ਸਾਰੇ ਨੰਬਰ ਪ੍ਰੋਵਾਈਡ ਹੋਏ ਨੇ ਇੱਥੋਂ ਦੀ। ਤੇ ਮੈਂ 17 ਤਰੀਕ ਨੂੰ GMG ਨੂੰ ਵੀ ਬੇਨਤੀ ਕਰਦੀ ਹਾਂ, ਕਹਿੰਦਾ ਜੀ ਉਹਨਾਂ ਦਾ PM ਵੀ ਨਹੀਂ ਆਇਆ ਤੇ ਸਿਰਸਾ ਸਾਹਿਬ ਵੀ ਇੱਥੇ ਨਹੀਂ ਹੈ। ਮੈਂ ਉਹਨਾਂ ਨੂੰ ਬੇਨਤੀ ਕਰਦੀ, ਜੀ ਸਾਡੇ ਤੇ ਫੋਨ ਨਹੀਂ ਚੁੱਕਦੇ, ਪਲੀਜ਼ ਆਪ ਇੱਥੋਂ ਦੀ ਮੈਨੂੰ ਕੋਈ ਅਪਾਇੰਟਮੈਂਟ ਲੈ ਕੇ ਦਿਵੋ। ਤਾਂ ਹੀ ਤੁਸੀਂ ਧਰਨਾ ਜਿਹੜਾ ਇੱਥੇ ਲਗਾ ਕੇ ਬੈਠੇ, ਕਿਉਂਕਿ ਤੁਹਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਣਾ ਚਾਹ ਰਿਹਾ। ਕੁਝ ਸਵਾਲ ਖੜੇ ਹੋ ਰਹੇ ਨੇ। ਤੁਸੀਂ ਕਿਹਾ ਕਿ ਤੁਹਾਡੇ ਉੱਪਰ ਇਹ ਸਵਾਲ ਲੱਗ ਰਹੇ ਨੇ ਕਿ ਤੁਸੀਂ ਜਦ ਇੱਕ ਪ੍ਰੈਸ ਕਾਨਫਰੰਸ ਪ੍ਰਬੰਧਕਾਂ ਵੱਲੋਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਕੋਈ ਘਟਨਾ ਹੋਈ ਉਸ ਦਾ ਸਪਸ਼ਟੀਕਰਨ ਦਿੰਦੇ ਹੋਏ ਪ੍ਰੈਸ ਦੇ ਵਿੱਚ ਐਡਰੈਸ ਕੀਤਾ ਜਾ ਰਿਹਾ ਸੀਗਾ, ਪ੍ਰੈਸ ਦੇ ਵਿੱਚ ਉਹ ਗੱਲ ਰੱਖ ਰਹੇ ਸੀਗੇ, ਤੇ ਤੁਸੀਂ ਉਸ ਪ੍ਰੈਸ ਦੇ ਵਿੱਚ ਦਖਲ ਅੰਦਾਜ਼ੀ ਕਿਉਂ ਦਿੱਤੀ? ਤੁਸੀਂ ਉਸੇ ਸਮੇਂ ਦੇ ਵਿੱਚ ਕਿਉਂ ਪਹੁੰਚਦੇ ਹੋ ਜਦੋਂ ਪ੍ਰੈਸ ਕਾਨਫਰੰਸ ਦਾ ਟਾਈਮ ਹੁੰਦਾ ਹੈਗਾ? ਕਿ ਤੁਹਾਡਾ ਮਕਸਦ ਮੀਡੀਆ ਅਟੈਂਸ਼ਨ ਸੀਕ ਕਰਨਾ ਨਹੀਂ ਸੀਗਾ ਕਿ ਤੁਸੀਂ ਮੀਡੀਆ ਨੂੰ ਜਿਹੜਾ ਹੈਗਾ ਤੁਸੀਂ ਉਹਦੀ ਅਟੈਂਸ਼ਨ ਨਹੀਂ ਸੀ ਲੈਣਾ ਚਾਹ ਰਹੇ?
बिल्कुल आप जो सवाल पूछ रहे हो हर किसी का सवाल खड़ा होया क्योंकि उसके बाद मैनू हर किसी ने इस क्वेश्चन ਨੂੰ ਕੀਤਾ ਹੈਗਾ। मैं सब तो पहले ये गल कहांगी कि मैं इस चीज़ का बिल्कुल नॉलेज नहीं सी कि उत्थे कोई कॉन्फ्रेंस चल रही है और मैनू इस चीज़ का भी नहीं पता सी कि कोई कॉन्फ्रेंस चल रही होवे ते ਅਸੀਂ ਉਹਦੇ ਵਿੱਚ ਜਾ ਕੇ ਬੋਲ ਨਹੀਂ ਸਕਦੇ। ਫਿਰ ਵੀ ਤੁਸੀਂ ਜਦ ਕਾਨਫਰੰਸ ਚੱਲ ਰਹੀ ਸੀ ਤੁਸੀਂ ਫਿਰ ਵੀ ਅੰਦਰ ਗਏ, ਕਾਨਫਰੰਸ ਚੱਲਦੀ ਕਾਨਫਰੰਸ ਦੇ ਵਿੱਚ ਵੀ ਤੁਸੀਂ ਸਵਾਲ ਪੁੱਛਿਆ। ਤੁਸੀਂ ਨਿੱਜੀ ਤੌਰ ਤੇ ਸਵਾਲ ਪੁੱਛ ਸਕਦੇ ਹੋ, ਤੁਹਾਡੇ ਚੁਣੇ ਹੋਏ ਨੁਮਾਇੰਦੇ ਨੇ, ਪਰ ਚੱਲਦੀ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੱਲੋਂ ਗੱਲ ਚੁੱਕਣੀ ਕਿ ਉਹ ਇੱਕ ਮੁੱਦਾ ਬਣਾਉਣ ਵਾਲੀ, ਮੁੱਦਾ ਖੜੀ ਕਰਨ ਵਾਲੀ ਗੱਲ ਨਹੀਂ, ਜਦ ਕਿ ਤੁਹਾਨੂੰ ਪਤਾ ਕਿ ਦਿੱਲੀ ਕਮੇਟੀ ਦੀ ਚੋਣਾਂ ਸਿਰ ਤੇ ਆ, ਕਿ ਤੁਹਾਡੇ ਵੱਲੋਂ ਮੁੱਦਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਤੁਸੀਂ ਕੈਂਡੀਡੇਟ ਹੋ, ਤੁਸੀਂ ਵਿਰੋਧੀ ਧਿਰ ਦੇ ਕੈਂਡੀਡੇਟ ਹੋ। बिल्कुल जी, क्योंकि मैनू शायद उधर इसी नज़र नाल देखा गया लेकिन मैं इस नज़र दे नाल गई नहीं सी। मैं ਤੁਸੀਂ ਇਸ ਤੋਂ ਪਹਿਲੇ ਇਹ ਦੱਸੋ, ਇਸ ਤੋਂ ਪਹਿਲੇ ਤੁਸੀਂ ਵਿਰੋਧੀ ਧਿਰ ਤੇ ਚਲੋ ਤੁਸੀਂ ਹੁਣ ਆਏ ਹੋ, ਇਸ ਤੋਂ ਪਹਿਲੇ ਜਦ ਤੁਸੀਂ ਕੋਈ ਤੁਹਾਡੇ ਕੋਈ ਕੈਂਡੀਡੇਟ ਨਹੀਂ ਸੀਗੇ, ਕਿਸੇ ਪਾਰਟੀ ਨਾਲ ਨਹੀਂ ਜੁੜੇ ਸੀਗੇ, ਤੁਸੀਂ ਕਿਸ ਦਿਨ ਦਿੱਲੀ ਕੌੜਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਸਵਾਲ ਪੁੱਛਣ ਗਏ? ਸੋ ਕਿਉਂ ਨਾ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਉਸ ਦਿਨ ਸਿਰਫ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਆਏ ਸੀਗੇ। हाँ जी, हो सकता आप सब के मन में ये गल जरूर आ रही हैगी, तो इसका मैं सिर्फ एको ही जवाब देवांगी कि गुरु तेग बहादुर साहब जी के दर से बैठी हाँ और गुरु महाराज जी को हाज़र नाज़र जान के कहती है कि मेरा इदा का कोई इंटैक्शन नहीं सी। और जे मैनू जरा जी भी नॉलेज होंदी कि कॉन्फ्रेंस में असी बोल नहीं सकते तो मैं नहीं बोलती, क्योंकि वापस बाहर भी तो आ सकते थे, पर तुसी जानबूझ के सवाल चुकिया। मैं आप जी नूं दसदी हाँ कि जो मैं अंदर जाती हैगी तो मैनू किसी ने भी नहीं रोकिया हैगा, क्योंकि अगर कॉन्फ्रेंस चल रही है तो मेरे ख्याल नाल सामने वाले का भी रोकण का कोई हक बनता है। मैं उत्थों दी कंटिन्यू ਜਦੋਂ ਤੁਹਾਨੂੰ ਰੋਕਿਆ ਤੇ ਤੁਸੀਂ ਉਹਨੂੰ ਬਦਸਲੂਕੀ ਕਹਿ ਦਿੱਤਾ। नहीं जी, पहले आप गल सुनो, मैं उत्थों दी उत्थे तक आंदी हाँ, उन्हां दे कमरे तक, उन्हां दे कमरे नूं ਜਦੋਂ मैं खोलदी ते उन्हां दा जिहड़ा स्टाफ लेडीज़ खड़ी सी, वो कहंदे जी बीबी अंदर कॉन्फ्रेंस चल रही है। मैं कहा अच्छा कोई गल नहीं, मैं कहा मैं अंदर जाना है। उन्हें कहा मैनू जान दिता, ठीक है जी। उधर बीबी खालसा जी मिलते हैं मैनू, मैं उन्होंने भी फतेह उत्थे बुलानी, कॉन्फ्रेंस उदों भी चल रही सी, मैं बीबी जी नूं फतेह बुलाती पुछदी हाँ बीबी जी तुसीं ठीक हो, कहंदे हाँ। उसदे बाद मैं अगे जाती हाँ तो बीबी जी ने भी एक बार मैनू नहीं कहने की कोशिश की कि बेटा हजे रुक जा, अगे कॉन्फ्रेंस चल रही है, क्योंकि अगर शायद मैनू कोई रोकदा, क्योंकि हरमीत कालका जी ने रोकिया तो मैं रुकी हाँ, जो शायद हो सकता वो मैनू कह देंदे तो शायद ना इदा का कुछ होंदा, शायद मेरे ते भी ये गल ना लागू होंदी। जो मैं अगे जाती हाँ तो मेरी एक आदत है कि मैं कुछ भी हो रहा मैं फतेह जरूर बुला देंदी हैगी, तो मैं फतेह बुलाती हाँ और चलदी प्रेस कॉन्फ्रेंस। हाँ जी हाँ जी, मैं उत्थे ही ਉੱਥੇ ਮੀਡੀਆ ਦਾ ਸਵਾਲ ਕਰਨ ਦਾ ਹੱਕ ਸੀਗਾ, ਸੰਗਤ ਦੇ ਤੌਰ ਤੇ ਤੁਸੀਂ ਬਾਅਦ ਚੋਂ ਸਵਾਲ ਪੁੱਛ ਸਕਦੇ ਸੀਗੇ, ਪਰ ਤੁਸੀਂ ਚੱਲਦੀ ਪ੍ਰੈਸ ਕਾਨਫਰੰਸ ਚ ਇੰਟਰਪਟ ਕਰਦੇ ਹੋ। मैं आप जी ਨੂੰ ਕਿਹਾ ਕਿ ਮੈਂ ਫਤਿਹ ਬੁਲਾਈ, ਇਸ ਚੀਜ਼ ਦਾ ਮੈਨੂੰ ਬਿਲਕੁਲ ਵੀ ਨਹੀਂ ਸੀ ਕਿ ਐਦਾਂ ਦਾ ਮੈਂ ਕੁਝ ਕਰਾਂਗੀ ਤੇ ਮੇਰੇ ਤੇ ਕੋਈ ਅਲੈਗੇਸ਼ਨ ਆਏਗਾ, ਕਿਉਂਕਿ ਆਪ ਜੀ ਇਸ ਗੱਲ ਨੂੰ ਸਮਝੋ ਕਿ ਮੈਨੂੰ ਅਜੇ ਪਾਰਟੀ ਨੂੰ ਜੁਆਇਨ ਕੀਤੇ ਹੋਏ ਬਹੁਤ ਹੀ ਘੱਟ ਸਮੇਂ ਹੋਇਆ, ਨਾ ਹੀ ਮੈਂ ਪੋਲਿਟਿਕਸ ਬੰਦਾ ਹੈਗਾ, ਨਾ ਮੈਨੂੰ। ਤਾਂ ਮੈਂ ਕਹਿ ਰਿਹਾ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਤੁਸੀਂ ਸਵਾਲ ਪੁੱਛਣ ਜਾਂਦੇ ਹੋ, ਉਸ ਤੋਂ ਪਹਿਲੇ ਸਵਾਲ ਤੁਸੀਂ ਉਸ ਤੋਂ ਪਹਿਲੇ ਤੁਸੀਂ ਕਦੋਂ ਆਏ ਹੋ, ਕਿਸ ਨੂੰ ਸਵਾਲ ਗੁਰਦੁਆਰਾ ਕਮੇਟੀ ਤੁਸੀਂ ਪੁੱਛਣ ਆਏ ਹੋ? ਜਦੋਂ ਇੱਥੇ ਮੈਂ ਆਪ ਜੀ ਨੂੰ ਪਿੱਛੇ ਵੀ ਦੱਸ ਰਹੀ ਸੀ ਕਿ ਸਾਡੇ 19 ਨੰਬਰ ਗੁਰਦੁਆਰੇ 'ਚ ਕੁਝ ਇਹੋ ਜਿਹੀ ਘਟਨਾ ਵਾਪਰੀ ਜਿੰਨਾ ਕਰਕੇ ਸਾਨੂੰ ਇੱਥੇ ਆਣਾ ਕਿੰਨੇ ਸਾਲ ਪਹਿਲੇ ਦੀ ਗੱਲ? ਇਹ ਆਈ ਥਿੰਕ ਸੋ ਕਿ 2017 ਔਰ 18 ਦੇ ਵਿੱਚ ਦੌਰਾਨ ਦੀ ਗੱਲ ਹੈਗੀ ਹੈ, 3.5 ਸਾਲ। ਹਾਂਜੀ, ਉਦੋਂ ਹਜੇ ਮੈਂ ਕੀ ਮਨਜੀਤ ਸਿੰਘ ਜੀ ਇੱਥੇ ਕਾਬਜ਼ ਸਨ, ਤੇ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਸਾਡੀ ਕਲੋਨੀ ਵੱਲੋਂ 60-70 ਬੰਦੇ ਆਉਂਦੇ ਹੈਗੇ, ਅਸੀਂ ਉਦੋਂ ਵੀ ਇੱਥੇ ਆਉਂਦੇ ਹੈਗੇ ਆ, ਤੇ ਉਦੋਂ ਵੀ ਮੈਂ ਕਿਤੇ ਨਾ ਕਿਤੇ ਤੁਹਾਨੂੰ ਟਾਈਮ ਨਹੀਂ ਦਿੱਤਾ ਜਾਂਦਾ ਹੈਗਾ, ਕਿਸੇ ਤਰੀਕੇ ਅਸੀਂ ਟਾਈਮ ਲੈ ਕੇ ਜਿਹੜੇ ਮੇਰੇ ਨਾਲ ਸਾਡੇ ਕਮੇਟੀ ਦੇ ਮੈਂਬਰ ਸੀ ਉਹ ਆਉਂਦੇ ਹੈਗੇ ਆ, ਉਦੋਂ ਵੀ ਇੱਥੇ ਆਉਂਦੇ ਆ। ਤੇ ਗੁਰੂ ਮਹਾਰਾਜ ਦੀ ਮੈਂ ਕਹਾਂਗੀ ਮੇਰੇ ਤੇ ਇੱਕ ਕਿਰਪਾ ਸੀ ਕਿ ਕਦੀ ਮੈਨੂੰ ਇੱਥੇ ਦੀ ਲੋੜ ਨਹੀਂ ਪਈ ਕਿ ਮੈਨੂੰ ਪ੍ਰਬੰਧਕਾਂ ਤੋਂ ਕੋਈ ਕੰਮ ਪਿਆ ਹੋਵੇ ਤੇ ਮੈਂ ਕਰਵਾਇਆ ਹੋਵੇ। ਲੇਕਿਨ ਜਦੋਂ ਉਦੋਂ ਮੈਂ ਕਿਉਂਕਿ ਬਿਲਕੁਲ ਉਦੋਂ ਤੇ ਨਾ ਮੈਂ ਕਿਸੇ ਪਾਰਟੀ ਨੂੰ ਬਿਲੋਂਗ ਕਰਦੀ ਸੀ ਨਾ ਕਿਸੇ ਜਥੇ ਨੂੰ ਬਿਲੋਂਗ ਕਰਦੀ ਸੀ, ਇੱਕ ਨੋਰਮਲੀ ਹੀ ਬਿਲਕੁਲ ਸੰਗਤ ਸੀ, ਆਉਂਦੇ ਆ ਸਾਡੇ ਜਿਹੜੇ ਸਵਾਲ ਉੱਥੇ ਚੱਕੇ ਜਾਂਦੇ ਹੈਗੇ ਆ। ਤੇ ਜਦੋਂ ਹਰਮੀਤ ਕਾਲਕਾ ਜੀ ਸਾਡੇ ਮੈਂਬਰਸ ਨੂੰ ਕਹਿੰਦੇ ਨੇ ਜਿਹੜੇ ਵੀ ਸਾਡੇ ਨਾਲ ਉਦੋਂ ਇੱਥੇ ਸੰਗਤ ਆਉਂਦੀ ਹੈਗੀ ਗੁਰਦੁਆਰੇ ਦੀ, ਉਹ ਜਦੋਂ ਵੀ ਕੋਈ ਸਵਾਲ ਪੁੱਛਦਾ ਸੀ ਉਹ ਜਵਾਬ ਦਿੰਦੇ ਸੀ ਕਿ ਤੇਰੇ ਵਾਸਤੇ ਮੈਂ ਕੀ ਕੀਤਾ ਤੈਨੂੰ ਪਤਾ ਨਹੀਂ ਹੈ, ਤੇਰੇ ਵਾਸਤੇ ਕੀ ਕੀਤਾ। ਤੇ ਵੀਰ ਜੀ ਮੈਂ ਉਦੋਂ ਵੀ ਉਸੇ ਤਰੀਕੇ ਟੇਬਲ ਤੇ ਹੱਥ ਲਗਾ ਕੇ ਕਹਿੰਦੀ ਆ ਕਿ ਵੀਰ ਜੀ ਕੀ ਗੱਲ ਹੈ, ਸੰਗਤਾਂ ਦੇ ਮੂੰਹ ਵਿੱਚ ਇਲਾਚੀ ਪਾਉਂਦੇ ਹੋ, ਕਿਉਂਕਿ ਉਹ ਬੋਲਣ ਨਹੀਂ ਦਿੰਦੇ, ਉਹ ਜਿਨ੍ਹਾਂ ਦੇ ਵੀ ਉਹਨਾਂ ਨੇ ਕੰਮ ਕੀਤੇ ਉਹਨਾਂ ਨੂੰ ਦਬਾਉਂਦੇ ਨੇ ਕਿ ਮੈਂ ਤੁਹਾਡੇ ਲਈ ਇਹ ਕੰਮ ਕੀਤਾ, ਤੁਹਾਡੀ ਰਾਈਟਸ ਨਹੀਂ ਹੈ ਮੇਰੇ ਅੱਗੇ ਬੋਲਣ ਦਾ। ਤੇ ਮੈਂ ਸਮਝਦੀ ਹਾਂ ਕਿ ਤੁਹਾਨੂੰ ਇਸ ਜਗ੍ਹਾ ਤੇ ਬਿਠਾਇਆ ਹੀ ਸੰਗਤਾਂ ਦੇ ਕੰਮ ਕਰਨ ਵਾਸਤੇ ਹੈ, ਤੇ ਜੇ ਉਹਨਾਂ ਦੇ ਤੁਸੀਂ ਕੰਮ ਕੀਤੇ ਆ ਤੇ ਜੇ ਉਹ ਕੋਈ ਪੰਥ ਦੀ ਗੱਲ ਚੁੱਕਦੇ ਨੇ ਜਾਂ ਕਿਸੇ ਇਹੋ ਜਿਹਾ ਧਰਮ ਦੀ ਕੋਈ ਗੱਲ ਕਰਦੇ ਨੇ ਤੇ ਤੁਸੀਂ ਅੱਗੋਂ ਦੀ ਇਹ ਦੱਸੋਗੇ ਕਿ ਤੁਸੀਂ ਇੱਦਾਂ ਦੇ ਕਰਦੇ ਹੋ। ਉਹਦੇ ਬਾਅਦ ਅਸੀਂ ਕਈ ਵਾਰੀ ਇੱਥੇ ਵੀ ਆਉਂਦੇ ਰਹੇ, ਹਰਮੀਤ ਕਾਲਕਾ ਜੀ ਦੇ ਦਫ਼ਤਰ ਵਿੱਚ ਵੀ ਮੈਂ ਜਾਂਦੀ ਰਹੀ ਹੈਗੀ ਹਾਂ ਉਸ ਦੌਰਾਨ, ਕਿਉਂਕਿ ਬਾਬਾ ਜੀ ਜਿਹੜੇ ਹੈੱਡ ਗ੍ਰੰਥੀ ਰਣਜੀਤ ਸਿੰਘ ਜੀ ਨੇ ਕਿਤੇ ਨਾ ਕਿਤੇ ਇੱਕ ਪਰਿਵਾਰਿਕ ਰਿਸ਼ਤਾ ਹੈਗਾ ਮੇਰਾ ਉਹਨਾਂ ਦੇ ਨਾਲ, ਤੇ ਉਹਨਾਂ ਤੋਂ ਮੈਨੂੰ ਫੋਨ ਕਰਾਇਆ ਜਾਂਦਾ ਹਰਮੀਤ ਸਿੰਘ ਕਾਲਕਾ ਜੀ ਤੋਂ, ਕਿਉਂਕਿ ਉਸ ਟਾਈਮ ਤੇ ਹਰਮੀਤ ਕਾਲਕਾ ਜੀ ਚਾਹੁੰਦੇ ਸੀ ਕਿ ਮੈਂ ਉਹਨਾਂ ਨਾਲ ਮਿਲਾਂ। ਤੇ ਜਦੋਂ ਮੈਂ ਅਸੀਂ ਮਨਾ ਕਰਦੇ ਪਏ ਸੀ ਕਿਉਂਕਿ ਮੈਂ ਹਰਮੀਤ ਕਾਲਕਾ ਜੀ ਨੂੰ ਬਿਲਕੁਲ ਨਹੀਂ ਜਾਣਦੀ ਸੀ, ਤੇ ਉਸ ਦੌਰਾਨ ਹਰਮੀਤ ਕਾਲਕਾ ਜੀ ਨੇ ਹੈੱਡ ਗ੍ਰੰਥੀ ਰਣਜੀਤ ਸਿੰਘ ਜੀ ਤੋਂ ਫੋਨ ਕਰਵਾਉਂਦੇ ਔਰ ਬੇਨਤੀ ਕਰਵਾਉਂਦੇ ਨੇ ਕਿ ਬੀਬੀ ਜੀ ਨੂੰ ਕਹੋ ਕਿ ਮੈਨੂੰ ਮੇਰੇ ਦਫ਼ਤਰ ਵਿੱਚ ਆ ਕੇ ਮਿਲਣ, ਕਿਉਂਕਿ ਇੱਥੇ ਜਿਹੜਾ ਗੁਰਦੁਆਰੇ ਸਭ ਕੁਝ ਹੋ ਰਿਹਾ ਸੀ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਮੇਰੀ ਆਵਾਜ਼ ਉਸੇ ਤਰੀਕੇ ਬੁਲੰਦ ਸੀ। ਠੀਕ ਹੈ, ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਮੈਂ ਇਸ ਗੱਲ ਤੇ ਨਿੱਜੀ ਤੌਰ ਤੇ ਸਹਿਮਤੀ ਜਤਾਉਂਦਾ ਕਿ ਤੁਸੀਂ ਜੇ ਮੀਡੀਆ ਕਰਮੀ ਦੇ ਨਾਲ ਜੇ ਬਦਸਲੂਕੀ ਹੋਈ ਹੈ, ਅਸੀਂ ਵੀ ਮੁੱਦਾ ਚੁੱਕਿਆ, ਜੇ ਕੋਈ ਪਾਰਟੀ ਆ ਕੇ ਮੁੱਦਾ ਚੁੱਕਦੀ ਹੈ ਸਾਨੂੰ ਵੀ ਇੱਕ ਰਿਲੀਫ ਹੁੰਦਾ ਕਿ ਚਲੋ ਕੋਈ ਸੰਸਥਾ ਤਾਂ ਸਾਡੇ ਨਾਲ ਖੜੀ ਆ,
ਜੋ ਗੁਰਦੁਆਰਾ ਕਮੇਟੀ ਦੇ ਦਫ਼ਤਰ 'ਚ ਉਸ ਵੇਲੇ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ, ਮੰਦਭਾਗੀ ਘਟਨਾ। ਬਿਲਕੁਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸੀਗੀ ਕਿ ਉਸ ਘਟਨਾ ਨੂੰ ਸਹੀ ਤਰੀਕੇ ਨਾਲ ਟੈਕਲ ਕੀਤਾ ਜਾਣਾ ਸੀਗਾ, ਉਸ ਮਾਹੌਲ ਨੂੰ ਸਹੀ ਤਰੀਕੇ ਹੈਂਡਲ ਕਰਨਾ ਚਾਹੀਦਾ ਸੀਗਾ, ਕਿਉਂਕਿ ਜੇ ਮੀਡੀਆ ਵਾਲਿਆਂ ਦੇ ਸਾਹਮਣੇ ਜੇ ਕੋਈ ਗੱਲ ਹੋਏਗੀ ਤਾਂ ਉਹਨਾਂ ਦਾ ਫਰਜ਼ ਹੈ ਉਸ ਗੱਲ ਨੂੰ ਰਿਕਾਰਡ ਕਰਨਗੇ ਔਰ ਦਿਖਾਣਗੇ। ਸੋ ਉਸ ਦੇ ਤਹਿਤ ਜੇ ਕਿਸੇ ਮੀਡੀਆ ਕਰਮੀ ਦਾ ਫੋਨ ਖੋ ਕੇ ਵੀਡੀਓ ਡਿਲੀਟ ਕਰਾਈ ਜਾਏਗੀ ਜਾਂ ਕਿਸੇ ਸਾਡੀ ਭੈਣ ਜੋ ਦੇ ਨਾਲ ਬਦਸਲੂਕੀ ਕੀਤੀ ਜਾਏਗੀ ਤਾਂ ਉਹ ਬਿਲਕੁਲ ਨਾਜਾਇਜ਼ ਹੈ। ਮੈਂ ਇਸ ਗੱਲ ਦੀ ਸਖਤ ਤੌਰ ਤੇ ਨਿੰਦਾ ਕਰਦਾ, ਪ੍ਰਬੰਧਕਾਂ ਨੂੰ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਪਰ ਕੀ ਇਸ ਮੁੱਦੇ ਦੇ ਉੱਪਰ ਤੁਸੀਂ ਰਾਜਨੀਤੀ ਨਹੀਂ ਕਰ ਰਹੇ? ਅੱਜ ਧਰਨਾ ਲਾ ਕੇ ਤੁਸੀਂ ਬੈਠੇ ਹੋ। ਵੀਰ ਜੀ ਪਹਿਲੇ ਤਾਂ ਮੈਂ ਇਹ ਗੱਲ ਕਹਾਂਗੀ ਕਿ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਮੈਂ ਪੰਥਕ ਬੰਦਾ ਹੈਗਾ ਔਰ ਜਿੱਥੇ ਤੱਕ ਮੈਂ ਸਮਝਦੀ ਕਿ ਸ਼ਾਇਦ ਇੱਥੇ ਬੈਠਣ ਨਾਲ ਮੇਰੀ ਪਾਰਟੀ ਨੂੰ ਹੀ ਨੁਕਸਾਨ ਹੈ ਸਭ ਤੋਂ ਜ਼ਿਆਦਾ, ਕਿਉਂਕਿ ਹਰ ਕੋਈ ਕਹਿ ਰਿਹਾ ਕਿ ਜੀਕੇ ਨੇ ਬਿਠਾਇਆ ਹੈ, ਜੀਕੇ ਨੇ ਬਿਠਾਇਆ, ਤੇ ਕਿਤੇ ਨਾ ਕਿਤੇ ਮੇਰੀ ਪਾਰਟੀ ਦਾ ਇੱਥੇ ਮੇਰੇ ਬੈਠਣ ਕਰਕੇ ਨੁਕਸਾਨ ਹੋ ਰਿਹਾ, ਫਾਇਦਾ ਨਹੀਂ ਹੋ ਰਿਹਾ। ਤੇ ਮੈਨੂੰ ਲੱਗਦਾ ਕਿ ਜੇ ਮੈਂ ਪਾਰਟੀ ਦਾ ਮੈਂਬਰ ਸੋਚ ਕੇ ਇੱਥੇ ਬੈਠੀ ਹੁੰਦੀ ਤੇ ਮੈਨੂੰ ਪਾਰਟੀ ਦਾ ਫਾਇਦਾ ਦੇਖਣਾ ਚਾਹੀਦਾ ਸੀ, ਮੈਨੂੰ ਇਹ ਨਹੀਂ ਦੇਖਣਾ ਚਾਹੀਦਾ ਸੀ ਸਾਡੇ ਹੱਕਾਂ ਦੀ ਲੜਾਈ ਹੈਗੀ ਹੈ, ਮੈਂ ਆਪਣੇ ਹੱਕ ਵਾਸਤੇ ਪਰ ਹਰ ਧਰਨਾ ਮੌਜੂਦਾ ਸੱਤਾ ਧਿਰ ਦੇ ਖਿਲਾਫ ਹੁੰਦਾ ਉਹ ਤਾਂ ਪਾਰਟੀ ਨੂੰ ਮਾਈਲੇਜ ਹੀ ਦਿੰਦਾ ਹੈਗਾ, ਇਸ ਦੇ ਵਿੱਚ ਤਾਂ ਕੋਈ ਨੁਕਸਾਨ ਨਹੀਂ ਪਾਰਟੀ ਦਾ। ਮੈਂ ਤੇ ਜਿੱਥੇ ਤੱਕ ਸਮਝ ਰਹੀ ਹਾਂ ਕਿਉਂਕਿ ਜੋ ਮੈਸੇਜ ਮੇਰੇ ਕੋਲ ਆ ਰਹੇ ਨੇ, ਜੋ ਸਭ ਕੁਝ ਆ ਰਿਹਾ ਹੈਗਾ, ਕਈ ਲੋਕ ਮੈਨੂੰ ਕਹਿੰਦੇ ਨੇ ਕਿ ਜੀ ਆਪ ਜੀ ਨੂੰ ਜੀਕੇ ਸਾਹਿਬ ਨੇ ਬਿਠਾਇਆ ਹੈਗਾ, ਔਰ ਮੈਂ ਤੇ ਇੱਕ ਗੱਲ ਕਹਿੰਦੀ ਹਾਂ ਕਿ ਮੈਂ ਸਾਰੀ ਗੱਲਾਂ ਇੰਨਾ ਜਾਣਦੀ ਕਿ ਜੇ ਅਸੀਂ ਮੰਨਦੇ ਹਾਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਔਰ ਅਸੀਂ ਉਹਨਾਂ ਦੇ ਸਾਹਮਣੇ ਜੋ ਵੀ ਗੱਲ ਕਰਦੇ ਨੇ ਉਹ ਸੱਚੀ ਕਰਦੇ ਨੇ, ਤੇ ਮੈਂ ਸਿਰਫ ਇੰਨੀ ਗੱਲ ਕਹਿ ਸਕਦੀ ਗੁਰੂ ਘਰ ਦੇ ਦਰ ਬੈਠੀ ਹਾਂ, ਜੇ ਦੀਵਾਨ ਹਾਲ ਵਿੱਚ ਜਾਣਾ ਉੱਥੇ ਜਾ ਸਕਦੇ ਹਾਂ, ਅਰਦਾਸ ਕਰਨ ਨੂੰ ਕਹੋਗੇ ਅਰਦਾਸ ਕਰਾਂਗੀ, ਜਿੱਦਾਂ ਆਪ ਮੰਨ ਸਕਦੇ ਉੱਦਾਂ ਕਰਾਂਗੀ। ਇੱਥੇ ਮੈਂ ਸਿਰਫ ਔਰ ਸਿਰਫ ਇੱਕ ਹੋਣ ਦੀ ਲੜਾਈ ਲੜਦੀ ਪਈ ਹਾਂ, ਇਹਦੇ ਨਾਲ ਮਨਜੀਤ ਸਿੰਘ ਜੀਕੇ ਦੀ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ, ਇਹ ਸਿਰਫ ਔਰ ਸਿਰਫ ਮਾਈ ਭਾਗੋ ਜਥੇ ਦੀ ਸੇਵਾ ਹੈ। ਜਿਹੜੀ ਮੈਂ ਕਿਉਂ ਲੈਣਾ ਦੇਣਾ ਕਿਉਂ ਨਹੀਂ ਹੈ? ਮਾਈ ਭਾਗੋ ਬ੍ਰਿਗੇਡ ਉਹਨਾਂ ਦੀ ਜਥੇ ਦੀ ਹੈ, ਜਾਗੋ ਪਾਰਟੀ ਦੀ ਬ੍ਰਿਗੇਡ ਹੈ। ਮਾਈ ਭਾਗੋ ਜਿਹੜੀ ਹੈਗੀ ਹੈ 19 ਨੰਬਰ ਗੁਰਦੁਆਰਾ ਤੁਗਲਕਾਬਾਦ ਦਾ ਜਥਾ ਹੈਗਾ, ਔਰ ਜਿਹੜੇ ਜਾਗੋ ਪਾਰਟੀ ਦੀ ਹੈ ਕੋਰ ਬ੍ਰਿਗੇਡ ਹੈਗੀ ਹੈ, ਜੋ ਕਿ ਇੱਕ ਮੈਂ ਕੀ ਦੋਨੋਂ ਚੀਜ਼ਾਂ ਅਲੱਗ-ਅਲੱਗ ਹੈ। ਉਹ ਇੱਕ ਕਲੋਨੀ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਦੋ ਬਿਲਕੁਲ ਜੀ ਅਲੱਗ-ਅਲੱਗ ਹੈ, ਕਿਉਂਕਿ ਮਾਈ ਭਾਗੋ 19 ਨੰਬਰ ਗੁਰਦੁਆਰੇ 'ਚ ਇੱਕ ਸੰਸਥਾ ਹੈ ਜਿਹੜੀ ਉਹ ਆਪਣਾ ਹਰ ਸਫਤਾਇਕ ਦੀਵਾਨ ਸਜਾਉਂਦੇ ਨੇ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਨੇ। ਜਾਗੋ ਪਾਰਟੀ ਇੱਕ ਪੋਲੀਟੀਕਲ ਪਾਰਟੀ ਹੋਣ ਕਰਕੇ ਉਹਦਾ ਜਾਗੋ ਪਾਰਟੀ ਦਾ ਕੋਰ ਬ੍ਰਿਗੇਡ ਦਾ ਹਮੇਸ਼ਾ ਪਿੱਛੇ 350 ਤਕਰੀਬਨ ਪਾਠ ਰੱਖੇ ਜਾ ਰਹੇ, 328 ਸਰੂਪਾਂ ਦੇ ਮਾਰ ਦੇ ਉਹ ਵੀ ਜਿਹੜਾ ਹੈਗਾ ਤੁਹਾਡੇ ਜਥੇਬੰਦੀ ਵੱਲੋਂ ਕੀਤੇ ਗਏ, ਉਹਦੇ ਵਿੱਚ ਮਨਜੀਤ ਸਿੰਘ ਜੀਕੇ ਹਰਾਣੇ ਕਰਾਏ। ਸੋ ਕਨੈਕਸ਼ਨ ਤਾਂ ਦੇਖੋ ਭੈਣ ਜੀ ਬਣਦਾ, ਜੇ ਮਨਜੀਤ ਸਿੰਘ ਜੀਕੇ ਦਾ ਨਾਂ ਆਣਾ ਇਹਦੇ ਵਿੱਚ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਜੇ ਨਾ ਹੈ ਕਨੈਕਸ਼ਨ ਹੈ ਤਾਂ ਆਏਗਾ ਹੀ। ਆਖਰੀ ਸਵਾਲ ਮੇਰਾ ਤੁਹਾਡੇ ਨਾਲ ਰਹੇਗਾ, ਤੁਸੀਂ ਕਿਹਾ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਤੁਸੀਂ ਬੈਠੇ ਹੋ, ਧਰਨਾ ਲਗਾ ਕੇ 7ਵੇਂ ਦਿਨ ਤੇ ਬੈਠੇ ਹੋ, ਨਾਰਾਜ਼ਗੀ ਤੁਹਾਡੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨਾਲ ਹੈ, ਧਰਨਾ ਤੁਸੀਂ ਰਕਾਬਗੰਜ ਸਾਹਿਬ ਦੇ ਬਾਹਰ ਲੈ ਕੇ ਬੈਠੇ ਹੋ, ਇਹ ਧਰਨਾ ਗੁਰਦੁਆਰਾ ਕਮੇਟੀ ਦੇ ਜਿਹੜੇ ਦਫ਼ਤਰ ਹੈਗਾ ਦਿੱਲੀ ਕਮੇਟੀ ਦਾ ਉਹਦੇ ਬਾਹਰ ਵੀ ਤਾਂ ਲੱਗ ਸਕਦਾ ਸੀ, ਤੁਸੀਂ ਗੁਰਦੁਆਰਾ ਰਕਾਬਗੰਜ ਸਾਹਿਬ ਕਿਉਂ ਬੈਠੇ ਹੋ? ਬਿਲਕੁਲ ਵੀਰ ਜੀ ਬਹੁਤ ਸੋਹਣੀ ਆਪ ਜੀ ਨੇ ਗੱਲ ਕੀਤੀ ਹੈਗੀ ਹੈ, ਕਿਉਂਕਿ ਮੈਂ ਆਪ ਜੀ ਨੂੰ ਦੱਸ ਰਹੀ ਸੀ ਤੇ ਵਿੱਚ ਥੋੜੀ ਜੀ ਗੱਲ ਸਾਡੀ ਰਹਿ ਗਈ ਸੀ ਕਿ ਸਿਰਸਾ ਸਾਹਿਬ ਨਾਲ ਮੇਰੀ 21 ਔਰ 22 ਤਰੀਕ ਨੂੰ ਗੱਲ ਹੁੰਦੀ ਹੈ। ਜਿਹੜੀ 21 ਤਰੀਕ ਨੂੰ ਗੱਲ ਹੁੰਦੀ ਹੈ ਉਹਦੇ 'ਚ ਆਪ ਮੈਂਸ਼ਨ ਕਰਦੇ ਹੈ ਕਿ ਉੱਥੇ ਜੋ ਵੀ ਹੋਇਆ ਉਹ ਗਲਤ ਹੋਇਆ ਔਰ ਹਰਮੀਤ ਕਾਲਕਾ ਜੀ ਨੂੰ ਆਪ ਜੀ ਨੂੰ ਐਡਰੈਸ ਕਰਨਾ ਚਾਹੀਦਾ ਸੀ। ਠੀਕ ਹੈ ਜੀ, ਬਿਲਕੁਲ ਕਰਨਾ ਚਾਹੀਦਾ। ਨੈਕਸਟ ਟਾਈਮ ਜਦੋਂ ਅਗਲੇ ਦਿਨ ਮੇਰੀ ਗੱਲ ਹੁੰਦੀ ਹੈ 22 ਤਰੀਕ ਨੂੰ ਉਹਨਾਂ ਦੇ ਨਾਲ, ਮੈਂ ਕਿਉਂਕਿ ਇੱਥੇ ਕੰਟੀਨਿਊ ਆ ਰਹੀ ਸੀ, ਦਫ਼ਤਰ ਵੀ ਜਾ ਰਹੀ ਸੀ, ਫੋਨ ਵੀ ਕਰ ਰਹੀ ਸੀ ਔਰ ਹਰ ਤਰੀਕੇ ਸਿਰਸਾ ਸਾਹਿਬ ਨੂੰ ਕਹਿ ਰਹੀ ਸੀ ਕਿ ਮੇਰੇ ਨਾਲ ਮਿਲੋ ਔਰ ਇਸ ਮੁੱਦੇ ਨੂੰ ਕਿਤੇ ਨਾ ਕਿਤੇ ਖਤਮ ਕਰੋ। ਮੈਂ ਤੁਸੀਂ ਕਹਿ ਰਹੇ ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ, ਤੁਸੀਂ ਕਹਿ ਰਹੇ ਉਹਨੇ ਜਵਾਬ ਹੀ ਨਹੀਂ ਦਿੱਤਾ, ਉਹ ਕਹਿ ਰਿਹਾ ਕਿ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨੂੰ ਹੈਂਡਲ ਕਰਨਾ ਚਾਹੀਦਾ ਸੀਗਾ, ਉਹਨਾਂ ਨੇ ਤੁਹਾਨੂੰ ਜਵਾਬ ਕਿਦੋਂ ਦਿੱਤਾ? ਕਿੰਨਾ ਨੇ? ਤੁਸੀਂ ਆਪ ਕਹਿ ਕੇ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਫੋਨ ਤੇ ਗੱਲ ਹੋ ਰਹੀ ਸੀ ਔਰ ਮੈਂ 22 ਤਰੀਕ ਨੂੰ ਵੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ, ਉਦੋਂ ਵੀ ਮੈਂ ਰਿਕੁਐਸਟ ਕਰ ਰਹੀ ਹਾਂ। ਉਹ ਮੈਨੂੰ ਕਹਿੰਦੇ ਜੀ ਤੁਸੀਂ ਬਾਲਾ ਸਾਹਿਬ ਆ ਜਾਓ ਜਾਂ ਬੰਗਲਾ ਸਾਹਿਬ ਆ ਜਾਓ। ਮੈਂ ਕਿ ਵੀਰ ਜੀ ਜੇ ਤੁਸੀਂ ਬਾਲਾ ਸਾਹਿਬ ਬੰਗਲਾ ਸਾਹਿਬ ਪਹੁੰਚ ਸਕਦੇ ਹੋ ਤਾਂ ਮੈਂ ਦਫ਼ਤਰ ਵਿੱਚ ਇੱਥੇ ਰਕਾਬਗੰਜ ਸਾਹਿਬ ਹੀ ਆਈ ਹੋਈ ਹਾਂ, ਅਗਰ ਆਪ ਜੀ ਕੋਲ ਜਦੋਂ ਵੀ ਟਾਈਮ ਹੈ ਮੈਨੂੰ ਦੱਸੋ, ਮੈਂ ਆ ਜਾਂਦੀ ਹਾਂ ਰਕਾਬਗੰਜ ਸਾਹਿਬ। ਉਹ ਕਹਿੰਦੇ ਅਸੀਂ ਰਕਾਬਗੰਜ ਸਾਹਿਬ ਮੇਰੇ ਕੋਲ ਮਿਲਣ ਦਾ ਟਾਈਮ ਨਹੀਂ ਹੈ, ਕਿਉਂਕਿ ਬਾਲਾ ਸਾਹਿਬ ਦਾ ਜਿਹੜਾ ਹਸਪੀਟਲ ਦਾ ਕੰਮ ਚੱਲ ਰਿਹਾ ਹੈ ਉਸ ਤੋਂ ਇੰਪੋਰਟੈਂਟ ਮੇਰੇ ਲਈ ਕੁਝ ਵੀ ਨਹੀਂ ਹੈ। ਮੇਰੇ ਲਈ ਉਹ ਸਭ ਤੋਂ ਇੰਪੋਰਟੈਂਟ ਸਮ ਬਾਲਾ ਸਾਹਿਬ ਜੀ ਦਾ ਹਸਪੀਟਲ, ਉਹਨੂੰ ਛੱਡ ਕੇ ਮੈਂ ਕਿਤੇ ਨਹੀਂ ਜਾਵਾਂਗਾ। ਔਰ ਉਸੇ ਦੌਰਾਨ ਉਹ ਸ਼ੀਸ਼ਗੰਜ ਸਾਹਿਬ ਵੀ ਪਹੁੰਚਦੇ ਨੇ, ਉਹ ਕੁਰੂਸ਼ੇਤਰ ਵੀ ਪਹੁੰਚਦੇ ਨੇ ਔਰ ਕੱਲ੍ਹ ਉਹ ਕਸ਼ਮੀਰ ਵੀ ਪਹੁੰਚ ਜਾਂਦੇ ਨੇ, ਲੇਕਿਨ ਮੇਰੇ ਲਈ ਇੱਥੇ ਰਕਾਬਗੰਜ ਸਾਹਿਬ ਉਹਨਾਂ ਕੋਲ ਆਉਣ ਦਾ ਬਿਲਕੁਲ ਵੀ ਸਮਾਂ ਨਹੀਂ ਹੈ। ਔਰ ਉਹਨਾਂ ਨੇ ਮੈਨੂੰ ਕਿਹਾ ਹੈ, ਮੈਂ ਆਪਣੀ ਮਰਜ਼ੀ ਨਾਲ ਨਹੀਂ ਬੈਠੀ ਹਾਂ, ਮੈਂ ਉਹਨਾਂ ਨੂੰ ਕਹਿ ਰਹੀ ਹਾਂ ਵੀਰ ਜੀ ਮੈਂ ਰਕਾਬਗੰਜ ਸਾਹਿਬ ਆਪ ਜੀ ਦਾ ਵੇਟ ਕਰ ਰਹੀ ਹਾਂ ਔਰ ਮੈਂ ਤਾਂ 24 ਆਵਰ ਸਾਹਿਬ ਜੀ ਦਾ ਇੰਤਜ਼ਾਰ ਕਰਾਂਗੀ। ਉਹ ਕਹਿੰਦੇ ਗੁਰੂ ਘਰ ਹੈ ਭੈਣ ਜੀ, ਜਦੋਂ ਮਰਜ਼ੀ ਤੱਕ ਬੈਠੋ, ਮੈਂ ਰੋਕਾਂਗਾ ਥੋੜੀ। ਲੇਕਿਨ ਹੁਣ ਉਹ ਕਿਤੇ ਨਾ ਕਿਤੇ ਮੈਨੂੰ ਰੋਕ ਵੀ ਰਿਹਾ, ਕਿਉਂਕਿ ਰੋਜ਼ ਮੈਨੂੰ ਪੁਲਿਸ ਦੀਆਂ ਧਮਕੀਆਂ ਇੱਥੋਂ ਮਿਲਦੀਆਂ ਨੇ। ਉਹਨਾਂ ਨੇ ਨਾ ਤਾਂ ਉਹਨਾਂ ਵੱਲੋਂ ਕੋਈ ਕੰਪਲੇਂਟ ਪਾਈ ਜਾ ਰਹੀ, ਲੇਕਿਨ ਪੁਲਿਸ ਇੱਥੇ ਰੋਜ਼ ਆ ਰਹੀ ਹੈ, ਮੈਂ ਪੁਲਿਸ ਨੂੰ ਬੁਲਾ ਨਹੀਂ ਰਹੀ ਔਰ ਉਹ ਪੁਲਿਸ ਦੇ ਕੋਲ ਕੋਈ ਕੰਪਲੇਂਟ ਲੈਟਰ ਨਹੀਂ ਹੈ, ਲੇਕਿਨ ਪੁਲਿਸ ਮੈਨੂੰ ਬਾਰ-ਬਾਰ ਕਹਿੰਦੀ ਹੈ ਕਿ ਇੱਥੇ 2 ਬੀਬੀਆਂ ਤੋਂ ਜ਼ਿਆਦਾ ਤੁਸੀਂ ਬੈਠੋਗੇ ਤੇ ਅਸੀਂ ਤੁਹਾਡੇ ਤੇ ਕੰਪਲੇਨ ਕਰ ਦੇਵਾਂਗੇ, ਜੇ ਤੁਸੀਂ ਮੈਂ ਕੀ ਇੱਦਾਂ ਕਰ ਰਹੇ ਹੋ ਅਸੀਂ ਤੁਹਾਡੇ ਤੇ 188 ਧਾਰਾ ਲਗਾ ਦੇਵਾਂਗੇ, ਤੁਹਾਨੂੰ ਅਰੈਸਟ ਕਰ ਲਵਾਂਗੇ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਗੁਰੂ ਘਰ ਬੈਠੀ ਹਾਂ, ਅੱਜ ਤੁਸੀਂ ਕਹਿ ਰਹੇ ਹੋ ਦਫ਼ਤਰ ਵਿੱਚ ਬੈਠੋ, ਦਫ਼ਤਰ ਦੇ ਬਾਹਰ ਬੈਠੋ। ਹਾਂਜੀ ਦਫ਼ਤਰ ਦੇ ਬਾਹਰ ਬੈਠੋ। ਉਦੋਂ ਮੈਂ ਜਦੋਂ ਦਫ਼ਤਰ ਦੇ ਅੰਦਰ ਜਾਂਦੀ ਔਰ ਜਿਸ ਤਰੀਕੇ ਉਹਨਾਂ ਨੇ ਸਾਡੇ ਨਾਲ ਜੋ ਵੀ ਕੀਤਾ ਉਹਨੂੰ ਮੈਂ ਗੁੰਡਾ ਹੀ ਕਹਾਂਗੀ ਕਿ ਗੁੰਡਿਆਂ ਵਾਂਗੂ ਸਾਡੇ ਨਾਲ ਟ੍ਰੀਟਮੈਂਟ ਕੀਤੀ। ਇੱਥੇ ਤੇ ਫਿਰ
ਮੈਂ ਗੁਰੂ ਦੀ ਸੰਗਤਾਂ ਦੇ ਨਾਲ ਔਰ ਗੁਰੂ ਦੇ ਘਰ ਬੈਠੀ ਤੇ ਆਪਣੇ ਆਪ ਨੂੰ ਸੇਫ ਸਮਝਦੀ ਹਾਂ। ਜੇ ਮੈਂ ਉੱਥੇ ਬੈਠੀ ਹੋਵਾਂਗੀ ਤੇ ਸ਼ਾਇਦ ਹੀ ਮੇਰੇ ਨਾਲ ਪਤਾ ਨਹੀਂ ਕੀ ਦਾ ਕੀ ਹੋ ਜਾਏਗਾ। ਤੇ ਤੁਹਾਡੀ ਭੈਣ ਆ, ਮੇਰੀ ਇੱਕ ਇੱਜ਼ਤ ਹੈਗੀ, ਖਾਨਦਾਨਾਂ ਦੀ ਧੀਆਂ ਤੇ ਖਾਨਦਾਨਾਂ ਦੀ ਨੂੰਹ ਹੈਗੀਆਂ, ਆਪਣੀ ਇੱਜ਼ਤ ਬਚਾਉਣ ਵਾਸਤੇ ਗੁਰੂ ਘਰ ਦੇ ਦਰ ਬੈਠੀ ਹਾਂ ਕਿ ਮੇਰੇ ਨਾਲ ਕੋਈ ਗਲਤ ਕੰਮ ਵੀ ਨਾ ਹੋਵੇ ਔਰ ਇਸ ਸਾਰੀ ਜਿਹੜੀ ਚੀਜ਼ਾਂ ਹੈਗੀਆਂ ਉਹਨਾਂ ਦਾ ਸਾਨੂੰ ਛੇਤੀ ਤੋਂ ਛੇਤੀ ਨਿਪਟਾਰਾ ਵੀ ਕੀਤਾ ਜਾਣ, ਕਿਉਂਕਿ ਅੱਜ 7 ਦਿਨ ਹੋ ਗਏ ਮੈਂ ਵੀ ਬੱਚਿਆਂ ਵਾਲੀ ਹਾਂ, ਘਰ ਵਾਲੀ ਹਾਂ, ਉਹ ਛੱਡ ਕੇ ਮੈਂ ਇੱਥੇ ਬੈਠੀ ਹੋਈ ਹਾਂ। ਦਿਲ ਵੀ ਰੋਂਦਾ ਹੈਗਾ ਕਿ ਸਾਡੇ ਪ੍ਰਬੰਧਕ ਬਾਹਰ ਦੀਆਂ ਭੈਣਾਂ ਦਾ ਦੁੱਖ ਦੇਖ ਸਕਦੇ, ਲੇਕਿਨ ਇਸ ਭੈਣ ਦਾ ਦੁੱਖ ਨਹੀਂ ਦੇਖਦੇ, ਕਿਉਂਕਿ ਮੈਂ ਆਪਣੇ ਵਾਸਤੇ ਤੇ ਕਿਹਾ ਹੀ ਨਹੀਂ। ਇੱਕ ਮਾਈ ਭਾਗੋ ਜੀ ਤੋਂ ਜੇ ਮਾਫੀ ਮੰਗਣ ਵਿੱਚ ਇਹ ਨੀਵੇਂ ਪੈ ਜਾਂਦੇ ਆ ਤਾਂ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦੀ ਹੋਂਦ ਮਾਈ ਭਾਗੋ ਜੀ ਤੋਂ ਵੀ ਉੱਤੇ ਹੈਗੀ ਹੈ। ਜੀ ਬਿਲਕੁਲ, ਲਗਾਤਾਰ ਧਰਨੇ ਤੇ 7ਵੇਂ ਦਿਨ ਦੇ ਵਿੱਚ ਬੈਠੇ ਹੈ ਬੀਬੀ ਮਨਪ੍ਰੀਤ ਕੌਰ ਖਾਲਸਾ। ਲਗਾਤਾਰ ਕਹਿੰਦੇ ਕਿ ਉਹ ਨਿੱਜੇ ਤੌਰ ਤੇ ਆਪਣੇ ਜੋ ਜਥੇਬੰਦੀ ਹੈ ਮਾਈ ਭਾਗੋ, ਉਹਦੇ ਸੰਸਥਾ ਜਿਹੜੀ ਜਥੇਬੰਦੀ ਹੈਗੀ ਉਹਦੇ ਬੈਨਰ ਹੇਠ ਜੋ ਇੱਥੇ ਬੈਠੀ ਹੈ ਮਾਈ ਭਾਗੋ ਜੀ ਸਤਸੰਗ ਸਭਾ ਤੁਗਲਕਾਬਾਦ। ਸੋ ਉਹ ਕਹਿੰਦੇ ਕਿ ਮੇਰਾ ਕੋਈ ਜਿਹੜਾ ਮੈਂ ਜਾਗੋ ਪਾਰਟੀ ਨੂੰ ਰਿਪਰੈਜ਼ੈਂਟ ਇਸ ਧਰਨੇ ਦੇ ਵਿੱਚ ਨਹੀਂ ਕਰ ਰਹੀ, ਉਸ ਦਾ ਇਸ ਧਰਨੇ ਨਾਲ ਕੋਈ ਕਨੈਕਸ਼ਨ ਨਹੀਂ। ਮੇਰੇ ਕੁਝ ਸਵਾਲ ਸੀਗੇ ਜੇ ਮੈਂ ਪੁੱਛਣ ਗਈ ਸੀਗੀ, ਇੱਕ ਪ੍ਰਬੰਧਕ ਜੇ ਪ੍ਰਬੰਧਕਾਂ ਕੋਲ ਜੇ ਸੰਗਤਾਂ ਜਾਂਦੀਆਂ, ਮੈਨੂੰ ਲੱਗਦਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੰਗਤਾਂ ਨੂੰ ਜਵਾਬਦੇਹ ਨੇ। ਸੋ ਉਹ ਭਾਵੇਂ ਉਹ ਸੱਤਾ ਧਿਰ ਹੋਵੇ ਜਾਂ ਵਿਰੋਧੀ ਧਿਰ ਹੋਵੇ, ਉਹਨਾਂ ਨੂੰ ਜਵਾਬਦੇਹੀ ਪ੍ਰਬੰਧਕਾਂ ਦੀ ਬਣਦੀ ਹੈਗੀ ਆ, ਦਿੱਤੀ ਜਾਣੀ ਚਾਹੀਦੀ ਸੀ। ਮਿਸ ਹੈਂਡਲਿੰਗ ਹੋਈ, ਉਸ ਮੁੱਦੇ ਨੂੰ ਸਹੀ ਤਰੀਕੇ ਨਾਲ ਮੈਨੂੰ ਲੱਗਦਾ ਕਿ ਹਰਮੀਤ ਸਿੰਘ ਕਾਲਕਾ ਸਾਂਭ ਨਹੀਂ ਪਾਏ। ਮੌਕਾ ਜਿਹੜਾ ਹੈਗਾ, ਜਿਹੜੇ ਉਹਨਾਂ ਦੇ ਦਫ਼ਤਰ ਦੇ ਵਿੱਚ ਉਸ ਸਮੇਂ ਜੋ 7 ਜੂਨ ਜੋ ਘਟਨਾ ਹੋਈ, ਬੜੀ ਸਾਰੀ ਚੀਜ਼ਾਂ ਉਹਦੇ ਵਿੱਚ ਨਿਕਲ ਕੇ ਆਈਆਂ। ਉਸ ਪੋਜੀਸ਼ਨ ਨੂੰ ਸਹੀ ਤਰੀਕੇ ਹੈਂਡਲ ਕਰਨ ਵਾਸਤੇ ਮੈਨੂੰ ਲੱਗਦਾ ਪ੍ਰਬੰਧਕਾਂ ਨੂੰ ਇੱਕ ਪੜਚੋਲ ਕਰਨੀ ਚਾਹੀਦੀ ਆ। ਸੋ ਤਾਂ ਕਿ ਇਹ ਹੀ ਇੱਕ ਚੰਗੇ ਪ੍ਰਬੰਧਕਾਂ ਦੀ ਨਿਸ਼ਾਨੀ ਹੁੰਦੀ ਹੈਗੀ ਆ। ਸੋ ਜੇ ਕੋਈ ਭੁੱਲ ਹੋਈ ਹੈ, ਜੇ ਉਸ ਨੂੰ ਮੈਨੂੰ ਲੱਗਦਾ ਕਿ ਜੇ ਉਹਨਾਂ ਨੇ ਮਾਫੀ ਮੰਗ ਕੇ ਵੀ ਜੋ ਮੀਡੀਆ ਵੀਰਾਂ ਦੇ ਨਾਲ ਜੇ ਗੱਲ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਵੀ ਚੰਗੀ ਪੇਸ਼ਕਸ਼ ਸੀਗੀ। ਔਰ ਮੈਨੂੰ ਲੱਗਦਾ ਹੈ ਕਿ ਜੇ ਕੋਈ ਵੀ ਭੈਣ ਜੇ ਗੁਰਦੁਆਰਾ ਰਕਾਬਗੰਜ ਸਾਹਿਬ ਜਿੱਥੇ ਵੀ ਧਰਨੇ ਤੇ ਬੈਠੀ ਹੈ, ਪ੍ਰਬੰਧਕਾਂ ਨੂੰ ਉਹਨਾਂ ਦੀ ਅਰਜ਼ ਜਿਹੜੀ ਆ ਜ਼ਰੂਰ ਸੁਣਨੀ ਚਾਹੀਦੀ ਹੈ। ਗੱਲਬਾਤ ਕਰਨਾ ਇੱਕ ਅਲੱਗ ਮਸਲਾ ਹੈ, ਹੱਲ ਭਾਵੇਂ ਨਿਕਲੇ ਨਾ ਨਿਕਲੇ, ਪਰ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ। ਡਿਸਕਸ਼ਨ ਜਿਹੜਾ ਹੈਗਾ ਹਮੇਸ਼ਾ ਹੋਣੀ ਚਾਹੀਦੀ ਹੈ, ਹੁੰਦੀ ਰਹਿਣੀ ਚਾਹੀਦੀ ਹੈ। ਸੋ ਇਸੇ ਤਰੀਕੇ ਸਾਰੀ ਗੱਲਬਾਤ ਦੇ ਨਾਲ ਤੁਹਾਨੂੰ ਅਸੀਂ ਜੋੜਾਂਗੇ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਦਾਸ ਗੁਰਪ੍ਰੀਤ ਸਿੰਘ ਪੂਈ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।